ਇਹਦੇ ਵਿੱਚ ਕਾफ़ी नौजवान पढ़े लिखे ਤੇ ਜਿਹੜੇ ਬੇਰੁਜ਼ਗਾਰ ਨੇ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ। ਕੁਝ ਫਸਦੇ ਜਾ ਰਹੇ ਨੇ। ਜਿਹੜਾ ਨਸ਼ੀਲੇ ਪਦਾਰਥ ਖਾਂਦਾ ਹੈ, ਵੇਚਦਾ ਹੈ ਤੇ ਸਪਲਾਈ ਕਰਦਾ ਜੀ, ਉਹਦੇ ਅਧੀਨ ਇੱਕ ਐਕਟ ਬਣਿਆ NDPS ਐਕਟ ਕਹਿੰਦੇ ਨੇ। ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਜੋ ਕਾਨੂੰਨ ਬਣਿਆ ਹੋਇਆ NDPS ਇਹ ਕਦੋਂ ਹੋਂਦ ਦੇ ਵਿੱਚ ਆਇਆ? 1985 ਦੇ ਵਿੱਚ ਜੀ ਇਹ ਐਕਟ ਬਣਿਆ, ਜਿਹਦੇ ਵਿੱਚ ਦੱਸਿਆ ਗਿਆ ਕਿ ਕਿਹੜੀ ਸਮੌਲ ਕੁਆਂਟੀਟੀ ਹੈ, ਕਮਰਸ਼ੀਅਲ ਕੁਆਂਟੀਟੀ ਕਿੰਨੀ ਹੈ ਤੇ ਨਾਨ ਕਮਰਸ਼ੀਅਲ ਕਿੰਨੀ ਹੈ, ਕਿਹੜਾ ਪ੍ਰੋਸੀਜਰ ਕਿਵੇਂ ਫੋਲੋ ਕਰੂ, ਕਿਹੜੇ ਆਫੀਸਰਸ ਨੇ ਤੇ ਕਿਵੇਂ ਉਹਨਾਂ ਦੀ ਪ੍ਰੋਸੀਜਰ ਕੋਰਟਸ ਦੇ ਵਿੱਚ ਚੱਲੂਗਾ। ਜੋ ਨਸ਼ੀਲੇ ਪਦਾਰਥ ਪੁਲਿਸ ਵੱਲੋਂ ਫੜੇ ਜਾਂਦੇ ਨੇ ਉਸ ਦੀ ਮਾਤਰਾ ਦੀ ਗੱਲ ਕੀਤੀ ਜਾਵੇ ਤਾਂ ਸਧਾਰਨ ਮਾਤਰਾ ਤੇ ਕਿੰਨੀ ਮਾਤਰਾ ਨੂੰ ਵਪਾਰਕ ਦੇ ਵਿੱਚ ਤਬਦੀਲ ਕੀਤਾ ਜਾਂਦਾ? ਇਹਦੇ ਵਿੱਚ 3 ਤਰ੍ਹਾਂ ਦੀਆਂ ਮੇਨ ਮਾਤਰਾਵਾਂ NDPS ਦੇ ਵਿੱਚ ਪਾਈਆਂ ਗਈਆਂ ਨੇ। ਪੰਜਾਬੀ 'ਚ ਇੱਕ ਭੁੱਕੀ ਹੈ, ਉਹ 50 ਕਿਲੋ 'ਚ ਆਉਂਦੀ ਹੈ ਕਮਰਸ਼ੀਅਲ 'ਚ, 50 ਕਿਲੋ ਤੋਂ ਥੱਲੇ ਨਾਨ ਕਮਰਸ਼ੀਅਲ 'ਚ ਆ ਜਾਂਦੀ ਹੈ। ਉਹਨਾਂ ਦੀ ਫਿਰ ਪਨਿਸ਼ਮੈਂਟ ਵੇਰੀ ਕਰਦੀ, ਜਿਹਨੂੰ ਆਪਾਂ ਫੀਮ ਕਹਿੰਦੇ ਆ। ਉਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਆ ਗਈ 2.5 ਕਿਲੋ ਜੀ, ਉਹ 2.5 ਕਿਲੋ ਔਰ ਅਬਵ ਜੇ ਬੰਦਾ ਉਹਦੇ ਪੋਜੈਸ਼ਨ ਦੇ ਵਿੱਚੋਂ ਫੜਿਆ ਜਾ ਰਿਹਾ ਜੀ ਤਾਂ ਉਹ ਕਮਰਸ਼ੀਅਲ ਕੁਆਂਟੀਟੀ ਚ ਜਿਹੜੇ ਵਿਅਕਤੀ ਦੇ ਕੋਲੋਂ ਨਸ਼ਾ ਮਿਲਦਾ ਫੜਿਆ ਜਾਂਦਾ ਤਾਂ ਉਸ ਦੀ ਜੇਕਰ ਜਾਂਚ ਦੀ ਗੱਲ ਕੀਤੀ ਜਾਵੇ ਤਾਂ ਕਿਹੜਾ ਅਧਿਕਾਰੀ ਉਸ ਦੀ ਜਾਂਚ? DSP ਰੈਂਕ ਨੂੰ ਫਿਰ ਉਹ ਕਾਲ ਕਰਦੇ ਨੇ, ਉਹ ਕਾਲ ਕਰਕੇ DSP ਸਾਹਿਬ ਜਾਂ ਕੋਈ ਗਸਟਡ ਅਫਸਰ ਜਿਹੜੇ ਹੁੰਦੇ ਨੇ ਉਹ ਬੁਲਾਉਂਦੇ ਨੇ, ਉਹਨਾਂ ਦੇ ਸਾਹਮਣੇ ਤਲਾਸ਼ੀ ਲਈ ਜਾਂਦੀ। ਇਸ ਮਾਮਲੇ ਦੇ ਵਿੱਚ ਕਿਸ ਪੱਧਰ ਦੇ ਉੱਤੇ ਕਿਹੜੀ ਅਦਾਲਤ ਦੇ ਵਿੱਚ ਸੁਣਵਾਈ ਕੀਤੀ ਜਾਂਦੀ ਹੈ? ਮਾਮਲਾ ਜਾਣਦਾ Who is the head of the judicial system in the city? ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਵਕੀਲ ਦੀ ਸਲਾਹ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਜਿਹੜੇ ਕਿ ਅਦਾਲਤਾਂ ਦੇ ਅਧੀਨ ਹੁੰਦੇ ਨੇ, ਜਿਨ੍ਹਾਂ ਦੇ ਉੱਤੇ ਕੇਸ ਚੱਲ ਰਹੇ ਹੁੰਦੇ ਨੇ। ਆਖਰ ਅਦਾਲਤ ਦੇ ਵਿੱਚ ਉਸ ਕੇਸ ਨੂੰ ਲੈ ਕੇ ਕੀ ਸੁਣਵਾਈ ਹੁੰਦੀ ਹੈ, ਕਿਹੜੀ ਅਦਾਲਤ ਦੇ ਵਿੱਚ ਫੈਸਲਾ ਆਉਣਾ ਹੁੰਦਾ ਤੇ ਕਿੰਨੀ ਸਜ਼ਾ ਹੁੰਦੀ ਆ, ਕਿਹੜੀਆਂ ਧਾਰਾਵਾਂ ਉਸ ਵਿਅਕਤੀ ਦੇ ਉੱਤੇ ਲਾਗੂ ਹੁੰਦੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਮੁੱਦਿਆਂ ਨੂੰ ਲੈ ਕੇ ਚਰਚਾ ਕਰਦੇ ਹਾਂ। ਤੇ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਅੱਜ ਅਸੀਂ ਗੱਲ ਕਰਾਂਗੇ ਨਸ਼ੀਲੇ ਪਦਾਰਥਾਂ ਨੂੰ ਲੈ ਕੇ, ਕਿਉਂਕਿ ਨਸ਼ੇ ਦਾ ਮੁੱਦਾ ਕਾਫੀ ਗੰਭੀਰ ਮੁੱਦਾ ਬਣਿਆ ਹੋਇਆ ਦੇਖਿਆ ਜਾਂਦਾ ਕਿ ਨਸ਼ੇ ਦੇ ਜਿਹੜੇ ਸੌਦਾਗਰ ਨੇ ਲਗਾਤਾਰ ਬੇਸ਼ੱਕ ਉਹਨਾਂ ਤੇ ਕਈ ਮਾਮਲੇ ਦਰਜ ਹੁੰਦੇ ਨੇ, ਇਸ ਦੇ ਬਾਵਜੂਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆਉਂਦੇ। ਕਿੰਨੀ ਵਾਰ ਉਹ ਜੇਲ੍ਹ ਜਾ ਚੁੱਕੇ ਹੁੰਦੇ ਨੇ, ਫਿਰ ਵੀ ਉਹ ਨਸ਼ਾ ਸਪਲਾਈ ਕਰਨ ਤੋਂ ਬਾਅਦ ਨਹੀਂ ਆਉਂਦੇ। ਇਸ ਮੁੱਦੇ ਨੂੰ ਲੈ ਕੇ ਚਰਚਾ ਕਰਾਂਗੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਤੇਗਵੀਰ ਸਿੰਘ ਢਿੱਲੋਂ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਤੇਗਵੀਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਰੀਨਾ ਜੀ। ਤੇਗਵੀਰ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਕਿਉਂਕਿ ਨਸ਼ੀਲੇ ਪਦਾਰਥਾਂ ਦਾ ਮੁੱਦਾ ਕਾਫੀ ਗੰਭੀਰ ਮੁੱਦਾ। ਇਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਕਾਫੀ ਪੀੜਤ ਵੀ ਨੇ ਨਸ਼ੇ ਤੇ ਨਸ਼ਾ ਦਾ ਜਿਹੜੀ ਸਪਲਾਈ ਆ ਉਹ ਰੁਕਣ ਦੀ ਬਜਾਏ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਮੁੱਦੇ ਲੈ ਕੇ ਚਰਚਾ ਕਰਦੇ ਹਾਂ। ਸੋ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਜੋ ਕਾਨੂੰਨ ਬਣਿਆ ਹੋਇਆ NDPS ਇਹ ਕਦੋਂ ਹੋਂਦ ਦੇ ਵਿੱਚ ਆਇਆ ਸੀ? ਨਾ ਜੀ, ਜਿਹੜੀ ਅੱਜ ਕੱਲ੍ਹ ਬੜੀ ਹੀ ਪ੍ਰੋਬਲਮ ਚੱਲ ਰਹੀ ਹੈ ਡਰੱਗਸ ਦੀ, ਨਸ਼ੀਲੇ ਪਦਾਰਥਾਂ ਦੀ, ਤੁਸੀਂ ਬਿਲਕੁਲ ਸਹੀ ਕਿਹਾ। ਇਹਦੇ ਵਿੱਚ ਕਾਫੀ ਨੌਜਵਾਨ ਪੜ੍ਹੇ ਲਿਖੇ ਤੇ ਜਿਹੜੇ ਬੇਰੁਜ਼ਗਾਰ ਨੇ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ। ਕੁਝ ਫਸਦੇ ਜਾ ਰਹੇ ਨੇ, ਜਿਹਦੇ ਵਿੱਚ ਕਾਫੀ ਆਪਾਂ ਕਹਿ ਸਕਦੇ ਹਾਂ ਮਾਈਨਰਸ ਵੀ ਨੇ 18 ਸਾਲ ਤੋਂ ਥੱਲੇ। ਇਹ ਹੋਂਦ 'ਚ ਇਹਨੂੰ NDPS ਐਕਟ ਕਹਿੰਦੇ ਨੇ ਜੀ। ਇਹ ਐਕਟ ਦੇ ਅਧੀਨ ਇਹਨਾਂ ਨੂੰ ਫੜਨ ਵਾਸਤੇ ਜਿਹੜਾ ਨਸ਼ੀਲੇ ਪਦਾਰਥ ਖਾਂਦਾ ਹੈ, ਵੇਚਦਾ ਹੈ ਤੇ ਸਪਲਾਈ ਕਰਦਾ ਜੀ, ਉਹਦੇ ਅਧੀਨ ਇੱਕ ਐਕਟ ਬਣਿਆ NDPS ਐਕਟ ਕਹਿੰਦੇ ਨੇ ਇਹਨੂੰ। ਨਾਰਕੋਟਿਕਸ ਐਕਟ ਦੇ ਅਧੀਨ ਇਹ ਜਿਹੜਾ ਕਿ 1985 ਦੇ ਵਿੱਚ ਇਹ ਐਕਟ ਬਣਿਆ, ਜਿਹਦੇ ਵਿੱਚ ਦੱਸਿਆ ਗਿਆ ਕਿ ਕਿਹੜੀ ਸਮੌਲ ਕੁਆਂਟੀਟੀ ਹੈ, ਕਮਰਸ਼ੀਅਲ ਕੁਆਂਟੀਟੀ ਕਿੰਨੀ ਹੈ ਤੇ ਨਾਨ ਕਮਰਸ਼ੀਅਲ ਕਿੰਨੀ ਹੈ, ਕਿਹੜਾ ਪ੍ਰੋਸੀਜਰ ਕਿਵੇਂ ਫੋਲੋ ਕਰੂ, ਕਿਹੜੇ ਆਫੀਸਰਸ ਨੇ
ਤੇ ਕਿਵੇਂ ਉਹਨਾਂ ਦੀ ਪ੍ਰੋਸੀਜਰ ਕੋਰਟਸ ਦੇ ਵਿੱਚ ਚੱਲੂਗਾ, ਕਿਵੇਂ ਉਹਨਾਂ ਦੀਆਂ ਅੱਗੇ ਜਾ ਕੇ ਅਫੈਂਸਿਸ ਦੇ ਰਿਗਾਰਡਿੰਗ ਪਨਿਸ਼ਮੈਂਟਸ ਆਊਗੀ। ਜੀ, ਜੋ ਨਸ਼ੀਲੇ ਪਦਾਰਥ ਪੁਲਿਸ ਵੱਲੋਂ ਫੜੇ ਜਾਂਦੇ ਨੇ ਉਸ ਦੀ ਮਾਤਰਾ ਦੀ ਗੱਲ ਕੀਤੀ ਜਾਵੇ ਤਾਂ ਸਧਾਰਨ ਮਾਤਰਾ ਤੇ ਕਿੰਨੀ ਮਾਤਰਾ ਨੂੰ ਵਪਾਰਕ ਦੇ ਵਿੱਚ ਤਬਦੀਲ ਕੀਤਾ ਜਾਂਦਾ ਹੈ? ਬੜਾ ਤੁਹਾਡਾ ਅਹਿਮ ਸਵਾਲ ਹੈ ਜੀ। ਇਹਦੇ ਵਿੱਚ 3 ਤਰ੍ਹਾਂ ਦੀਆਂ ਮੇਨ ਮਾਤਰਾਵਾਂ NDPS ਦੇ ਵਿੱਚ ਪਾਈਆਂ ਗਈਆਂ ਨੇ। ਜਿਹੜੀ ਕਿ ਇੱਕ ਹੁੰਦੀ ਹੈ ਸਮਾਲ ਕੁਆਂਟੀਟੀ, ਜੀ, ਜਿਹਦੇ 'ਚ ਬੜਾ ਹੀ ਨਾਮਾਤਰ ਕੁਆਂਟੀਟੀ ਹੁੰਦੀ ਹੈ। ਨਸ਼ੀਲੇ ਪਦਾਰਥਾਂ ਦੇ ਵੱਖ-ਵੱਖ ਜਿੰਨੇ ਵੀ ਨਸ਼ੀਲੇ ਪਦਾਰਥ ਨੇ ਉਹਨਾਂ ਦੀ ਵੱਖ-ਵੱਖ ਤਰ੍ਹਾਂ ਦੀਆਂ ਕੁਆਂਟੀਟੀਜ਼ ਨੇ। ਜੀ। ਫਿਰ ਆ ਗਈ ਸਮਾਲ ਕੁਆਂਟੀਟੀ ਤੋਂ ਬਾਅਦ ਨਾਨ ਕਮਰਸ਼ੀਅਲ, ਨਾਨ ਕਮਰਸ਼ੀਅਲ ਤੋਂ ਬਾਅਦ ਆ ਗਈ ਕਮਰਸ਼ੀਅਲ। ਜੀ। ਸੋ ਜਿਹੜੀ ਸਮਾਲ ਕੁਆਂਟੀਟੀ ਹੈ ਉਹਨਾਂ ਦੇ ਵਿੱਚ ਜਿਹੜੀ ਪੁਲਿਸ ਹੈ ਉਹਨਾਂ ਨੂੰ ਪਤਾ ਹੈ ਕਿ ਇਹ ਥੋੜੀ ਜੀ ਪਨਿਸ਼ਮੈਂਟ ਕੋਰਟਸ ਵੱਲੋਂ ਘੱਟ ਹੈ। ਫਿਰ ਆ ਗਈ ਨਾਨ ਕਮਰਸ਼ੀਅਲ, ਉਹਦੀ ਥੋੜੀ ਜਿਹੀ ਉਦੋਂ ਵੱਧ ਹੈ। ਜੀ। ਤੇ ਜਿਹੜੀ ਉਸ ਤੋਂ ਬਾਅਦ ਆ ਗਈ ਕਮਰਸ਼ੀਅਲ ਕੁਆਂਟੀਟੀ। ਉਹ ਕਮਰਸ਼ੀਅਲ ਦਾ ਮਤਲਬ ਇਹ ਹੈ ਵੀ ਮੇ ਵੀ ਉਹ ਬੰਦਾ ਆਪ ਕੰਜ਼ਿਊਮ ਨਾ ਕਰਦਾ ਹੋਵੇ ਬਟ ਉਹ ਸਪਲਾਈ ਕਰ ਰਿਹਾ। ਜੀ। ਇਹ ਕਮਰਸ਼ੀਅਲ ਕੁਆਂਟੀਟੀ ਸਪੋਜ਼ ਕਰੋ ਜਿਵੇਂ ਹੁਣ ਆਪਾਂ ਲਈ ਕਹੀਏ ਓਪੀਐਮ ਜਿਹਨੂੰ ਆਪਾਂ ਫੀਮ ਕਹਿੰਦੇ ਆ, ਉਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਆ ਗਈ 2.5 ਕਿਲੋ। ਜੀ। ਉਹ 2.5 ਕਿਲੋ ਔਰ ਅਬਵ ਜੇ ਬੰਦਾ ਉਹਦੇ ਪੋਜੈਸ਼ਨ ਦੇ ਵਿੱਚੋਂ ਫੜਿਆ ਜਾ ਰਿਹਾ ਹੈ ਜੀ ਤਾਂ ਉਹ ਕਮਰਸ਼ੀਅਲ ਕੁਆਂਟੀਟੀ ਚ ਆ ਜਾਊ। 2.5 ਕਿਲੋ ਤੋਂ ਜਿਹੜਾ ਨੀਚੇ ਫੜਿਆ ਜਾ ਰਿਹਾ ਉਹ ਨਾਨ ਕਮਰਸ਼ੀਅਲ ਚ ਆ ਜਾਊ। ਜੀ। ਉਹਦੀ ਪਨਿਸ਼ਮੈਂਟ ਵੀ ਉਸ ਹਿਸਾਬ ਨਾਲ ਹੈ। ਉਹਦੀ ਜਿਹੜੀਆਂ ਅੱਗੇ ਜਾ ਕੇ ਕੋਰਟਸ ਦੇ ਵਿੱਚ ਜਿਹੜੇ ਪ੍ਰੋਸੀਜਰ ਫੋਲੋ ਹੁੰਦੇ ਆ ਉਹ ਪਨਿਸ਼ਮੈਂਟ ਦੇ ਰਿਲੇਟਡ ਉਸ ਹਿਸਾਬ ਨਾਲ ਹੈ। ਜੀ। ਸੋ ਅਲੱਗ-ਅਲੱਗ ਹੈ। ਜਿਹਨੂੰ ਆਪਾਂ ਪੰਜਾਬੀ 'ਚ ਇੱਕ ਭੁੱਕੀ ਹੈ ਉਹ 50 ਕਿਲੋ ਚ ਆਉਂਦੀ ਹੈ ਕਮਰਸ਼ੀਅਲ 'ਚ, 50 ਕਿਲੋ ਤੋਂ ਥੱਲੇ ਨਾਨ ਕਮਰਸ਼ੀਅਲ 'ਚ ਆ ਜਾਂਦੀ ਹੈ। ਉਹਨਾਂ ਦੀ ਫਿਰ ਪਨਿਸ਼ਮੈਂਟ ਵੇਰੀ ਕਰ ਜਾਂਦੀ ਹੈ। ਜੀ। ਜੀ। ਜਿਹੜੇ ਵਿਅਕਤੀ ਦੇ ਕੋਲੋਂ ਨਸ਼ਾ ਮਿਲਦਾ ਫੜਿਆ ਜਾਂਦਾ ਤਾਂ ਉਸ ਦੀ ਜੇਕਰ ਜਾਂਚ ਦੀ ਗੱਲ ਕੀਤੀ ਜਾਵੇ ਤਾਂ ਕਿਹੜਾ ਅਧਿਕਾਰੀ ਉਸ ਦੀ ਜਾਂਚ ਕਰਦਾ ਹੈ? ਦੇਖੋ ਆਪਾਂ ਜੇ ਆਪਾਂ ਪੰਜਾਬ 'ਚ ਬੈਠੇ ਹਾਂ, ਪੰਜਾਬ ਦੀ ਗੱਲ ਕਰੀਏ, ਪੰਜਾਬ ਪੁਲਿਸ ਕੋਲ ਜਿਹੜੇ ਆਪਣੇ ਇੰਸਟਰਕਸ਼ਨਸ ਨੇ ਤੇ ਜਿਹੜਾ ਉਹ NDPS ਐਕਟ ਫੋਲੋ ਕਰਦੇ ਨੇ ਜੀ, ਉਹਦੇ ਵਿੱਚ ਜਿਹੜਾ ਐਟਲੀਸਟ ਦ ਰੈਂਕ ਆਫ ਅਸਿਸਟੈਂਟ ਸਬ ਇੰਸਪੈਕਟਰ ASI ਜਿਹਨੂੰ ਕਹਿੰਦੇ ਨੇ, ਉਹ ਕੋਈ ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈ ਕੇ ਉਹ ਮੁਕੱਦਮਾ ਦਰਜ ਕਰ ਸਕਦਾ ਜੀ। ਜੇ ਗੱਲ ਆ ਜੇ ਕਮਰਸ਼ੀਅਲ ਕੁਆਂਟੀਟੀ ਦੀ, ਉਹਦੇ ਵਿੱਚ ਇੱਕ ਆਫਰ ਦੇਣੀ ਹੁੰਦੀ ਹੈ ਜਦੋਂ ਇੱਕ ਬੰਦਾ ਉਹ ਪੋਜੈਸ਼ਨ ਦੇ ਵਿੱਚ ਉਹ ਜਿਹੜੀ ਉਹਦੇ ਸਮਾਨ ਨਸ਼ੀਲਾ ਪਦਾਰਥ ਰੱਖਿਆ ਹੁੰਦਾ, ਭਾਵੇਂ ਉਹਨੇ ਆਪਣੀ ਜੇਬਾਂ 'ਚ ਰੱਖਿਆ ਹੋਵੇ ਜੀ, ਭਾਵੇਂ ਉਹ ਕਾਰ 'ਚ ਫੜਿਆ ਹੋਵੇ, ਟਰੱਕ 'ਚ ਫੜਿਆ ਹੋਵੇ, ਉਹਨੂੰ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਉਹਨੂੰ ਇੱਕ ਆਫਰ ਦੇਣੀ ਹੁੰਦੀ ਹੈ ਵੀ ਤੈਨੂੰ ਮੇਰੇ ਤੇ ਵਿਸ਼ਵਾਸ ਹੈ ਬੀਂਗ ਆ, ਚਾਹੇ ਮੈਂ ASI ਆ, ਸਬ ਇੰਸਪੈਕਟਰ ਆ ਜਾਂ ਇੰਸਪੈਕਟਰ ਆ ਜੀ, ਕਿਉਂਕਿ ਇੰਸਪੈਕਟਰ ਤੱਕ ਨਾਨ ਗਜ਼ਟਡ ਅਫਸਰ ਆ ਜਾਂਦੇ। ਉਸ ਤੋਂ ਬਾਅਦ ਜੇ ਕਮਰਸ਼ੀਅਲ ਹੈ ਉਹਨੂੰ ਆਫਰ ਦੇਣੀ ਪਏਗੀ ਅਕੋਰਡਿੰਗ ਟੂ ਦੀ ਐਕਟ ਵੀ ਤੈਨੂੰ ਇੱਕ ਆਫਰ ਦਿੰਨੇ ਆ, ਜੇ ਤੈਨੂੰ ਮੇਰੇ ਸਾਡੇ ਤੇ ਵਿਸ਼ਵਾਸ ਨਹੀਂ, ਅਸੀਂ ਜੀਓ ਨੂੰ ਕਾਲ ਕਰ, ਤੇਰੇ ਕੋਲ ਹੈ ਇਹ ਰਾਈਟ ਜੀ ਜਿਹੜਾ ਤੂੰ ਯੂਜ਼ ਕਰ ਸਕਦਾ, ਜੀਓ ਨੂੰ ਬੁਲਾ ਸਕਦਾ। ਜੀਓ ਮੀਨਸ ਗਜ਼ਟਡ ਆਫਿਸਰ। ਗਜ਼ਟਡ ਆਫਿਸਰ ਸਟਾਰਟ ਕਰਦਾ ਜੀ DSP ਰੈਂਕ ਜੀ। DSP ਰੈਂਕ ਨੂੰ ਫਿਰ ਉਹ ਕਾਲ ਕਰਦੇ ਨੇ, ਉਹ ਕਾਲ ਕਰਕੇ DSP ਸਾਹਿਬ ਜਾਂ ਕੋਈ ਗਜ਼ਟਡ ਅਫਸਰ ਜਿਹੜੇ ਹੁੰਦੇ ਨੇ ਉਹ ਬੁਲਾਉਂਦੇ ਨੇ, ਉਹਨਾਂ ਦੇ ਸਾਹਮਣੇ ਤਲਾਸ਼ੀ ਲਈ ਜਾਂਦੀ ਹੈ, ਉਹਨਾਂ ਦੇ ਸਾਹਮਣੇ ਛਾਣਬੀਨ ਹੁੰਦੀ ਹੈ, ਉਹਨਾਂ ਦੇ ਸਾਹਮਣੇ ਰਿਕਵਰੀ ਹੁੰਦੀ ਹੈ। ਉਹਦੇ ਰਿਗਾਰਡਿੰਗ ਉਹ ਚੇਨ ਜਿਹੜੀ NDPS ਦਾ ਜਿਹੜਾ ਰੂਲ ਹੈ, ਰਿਕੁਆਇਰਮੈਂਟ ਹੈ, ਉਹ ਪੂਰੀ ਹੁੰਦੀ ਹੈ। ਉਸ ਤੋਂ ਬਾਅਦ ਚਲਾਨ ਇਹ ਹੁੰਦਾ ਜੀ। ਉਸ ਤੋਂ ਬਾਅਦ ਉਹ ਜਿਹੜਾ ਸੈਂਪਲ ਹੈ ਉਹ ਲੈਬੋਰਟਰੀ 'ਚ ਭੇਜਿਆ ਜਾਂਦਾ ਟੂ ਚੈੱਕ ਕਿ ਇਹ ਕਿੰਨੀ ਕੁ ਕੁਆਂਟੀਟੀ ਇਹਦੇ 'ਚ ਨਸ਼ੀਲਾ ਪਦਾਰਥ ਹੈ, ਕਿੰਨਾ ਕੁ ਨਾਰਮਲ ਹੈ। ਉਸ ਤੋਂ ਬਾਅਦ ਫਿਰ ਉਹ ਮੋਹਰਾਂ ਲੱਗ ਕੇ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ ਉਹ ਕੋਰਟ ਦੇ ਵਿੱਚ ਕੇਸ ਚਲਾ ਜਾਂਦਾ ਜੀ। ਇਸ ਮਾਮਲੇ ਦੇ ਵਿੱਚ ਕਿਸ ਪੱਧਰ ਦੇ ਉੱਤੇ ਕਿਹੜੀ ਅਦਾਲਤ ਦੇ ਵਿੱਚ ਸੁਣਵਾਈ ਕੀਤੀ ਜਾਂਦੀ ਹੈ ਮਾਮਲਾ ਜਾਂਦਾ ਜਿੱਥੇ? ਇਹ ਨਾ ਜੀ ਇਹ ਨਾ ਕੋਰਟਸ ਨੇ ਜਿਹੜੀਆਂ ਜੁਡੀਸ਼ੀਅਲ ਕੋਰਟਸ, ਇਹ ਨਾ ਸ਼ੁਰੂ ਜਿੰਨੇ ਜੱਜ ਸਾਹਿਬ ਨੇ ਸ਼ੁਰੂ ਹੋ ਜਾਂਦੇ ਨੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਜਿੱਥੋਂ ਸਭ ਤੋਂ ਪਹਿਲਾਂ ਰੈਂਕ ਸ਼ੁਰੂ ਹੁੰਦਾ। ਉਸ ਤੋਂ ਬਾਅਦ ਸੀਨੀਅਰ ਡਿਵੀਜ਼ਨ CGM, ਫਿਰ ਐਡੀਸ਼ਨਲ ਸੈਸ਼ਨ ਜੱਜ, ਫਿਰ ਸੈਸ਼ਨ ਜੱਜ, ਹੂ ਇਜ਼ ਦੀ ਹੈਡ ਆਫ ਦੀ ਜੁਡੀਸ਼ੀਅਲ ਸਿਸਟਮ ਇਨ ਦੀ ਸਿਟੀ ਜੀ। ਇਹ ਨਾ ਸਪੈਸ਼ਲ ਕੋਰਟਾਂ, ਡੈਜ਼ਿਗਨੇਟ ਕੋਰਟਾਂ ਇਹਨਾਂ ਨੂੰ ਕਹਿੰਦੇ ਨੇ।
NDPS ਦੀਆਂ ਕੋਟਾਂ ਡੈਜ਼ਿਗਨੇਟ ਕਰੀਆਂ ਹੁੰਦੀਆਂ ਸੈਸ਼ਨ ਜੱਜ ਨੇ ਆਪਣੇ ਹਿਸਾਬ ਨਾਲ, ਬਿਕੋਜ਼ ਲੋਡ ਬਹੁਤ ਹੈ। ਪਾਵਰਾਂ ਸੈਸ਼ਨ ਜੱਜ ਐਂਡ ਦੀ ਐਡੀਸ਼ਨਲ ਸੈਸ਼ਨ ਜੱਜ ਬਿਲਕੁਲ ਸੇਮ ਨੇ। ਸੈਸ਼ਨ ਜੱਜ ਵੀ ਤੇ ਐਡੀਸ਼ਨਲ ਸੈਸ਼ਨ ਜੱਜਿਸ ਵੀ ਇਹ ਮਤਲਬ ਕਿ ਕੇਸ ਡੀਲ ਕਰਦੇ ਨੇ, ਬਟ ਉਹ ਆਪਣੀ ਪਾਵਰ ਡੈਲੀਗੇਟ ਕਰਕੇ ਐਡੀਸ਼ਨਲ ਸੈਸ਼ਨ ਜੱਜਿਸ ਨੂੰ ਦੇ ਦਿੰਦੇ ਜਿਹੜੇ ਕਿ NDPS ਕੋਡ ਡੈਜ਼ਿਗਨੇਟ ਕਰ ਦਿੰਦੇ। ਸੋ ਤੁਹਾਡਾ ਜਿਹੜਾ ਸਵਾਲ ਹੈ ਉਹਦਾ ਇਹ ਹੈ ਵੀ ਐਡੀਸ਼ਨਲ ਸੈਸ਼ਨ ਜੱਜ ਤੋਂ ਨੀਚੇ ਇਹ ਮਤਲਬ ਕਿ ਕੇਸ ਕੋਈ ਨਹੀਂ ਆਪਣਾ ਹੈਂਡਲ ਕਰ ਸਕਦਾ। ਜਿਹੜੇ ਵਿਅਕਤੀ ਨਸ਼ੇ ਦੇ ਵਿੱਚ ਫੜੇ ਜਾਂਦੇ ਨੇ, ਜੇਕਰ ਉਹਨਾਂ ਦੇ ਬਰੀ ਹੋਣ ਦੀ ਗੱਲ ਕੀਤੀ ਜਾਵੇ, ਕਿਉਂਕਿ ਨਸ਼ੇ ਦਾ ਜਿਹੜਾ ਪਦਾਰਥ ਮਿਲਣਾ ਜਿਵੇਂ ਕਿ ਸਿੰਥੈਟਿਕ ਨਸ਼ਾ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਰਿਹਾ, ਇਸ ਦੇ ਵਿੱਚ ਜਦੋਂ ਕਿਸੇ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਫਿਰ ਉਸ ਦੇ ਵੱਲੋਂ ਜਿਹੜੇ ਕਿ ਆਪਣੀਆਂ ਦਲੀਲਾਂ ਵੀ ਪੇਸ਼ ਕੀਤੀਆਂ ਜਾਂਦੀਆਂ ਨੇ, ਤੇ ਜੇਕਰ ਉਹਨਾਂ ਦੇ ਬਰੀ ਹੋਣ ਦੀ ਗੱਲ ਕੀਤੀ ਜਾਵੇ ਤਾਂ ਕਿਹੜਾ ਜਿਹੜਾ ਵਿਅਕਤੀ ਉਹ ਬਰੀ ਹੋ ਸਕਦਾ ਜਿਹਦੇ ਕੋਲ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਤੇ ਕਿਹਨਾਂ ਦੀਆਂ ਜ਼ਮਾਨਤਾਂ ਉਹ ਨਹੀਂ ਹੁੰਦੀਆਂ? ਬੜਾ ਅਹਿਮ ਸਵਾਲ ਹੈ ਕਿਉਂਕਿ ਨਸ਼ੇ ਦਾ ਬੜਾ ਇੰਪੋਰਟੈਂਟ ਮੁੱਦਾ ਤੁਸੀਂ ਅੱਜ ਲਿਆ, ਜਿਹੜਾ ਲੋਕਾਂ ਦੇ ਰੂਬਰੂ ਕਰ ਰਹੇ ਹਾਂ ਆਪਾਂ। ਇਹਦੇ ਵਿੱਚ ਜਿਹੜੀ ਵੀ ਸਜ਼ਾ ਹੁੰਦੀ ਹੈ ਜਾਂ ਉਹ ਹੁੰਦੀ ਹੈ ਜੀ ਸਮਾਲ ਕੁਆਂਟੀਟੀ ਦੇ ਨਾਲ ਤੇ ਨਾਨ ਕਮਰਸ਼ੀਅਲ ਕੁਆਂਟੀਟੀ ਦੇ ਨਾਲ ਤੇ ਕਮਰਸ਼ੀਅਲ ਕੁਆਂਟੀਟੀ, ਤਿੰਨ ਤਰ੍ਹਾਂ ਦੀਆਂ। ਉਸ ਦੇ ਵਿੱਚ ਜਦੋਂ ਨਸ਼ੀਲਾ ਪਦਾਰਥ ਪੁਲਿਸ ਵੱਲੋਂ ਪਕੜਿਆ ਜਾਂਦਾ ਹੈ ਉਹਦਾ ਉਹ ਤਿਆਰ ਕਰਦੇ ਨੇ ਮੌਕੇ ਤੇ ਸੈਂਪਲ, ਉਹ ਸੈਂਪਲ ਦੀਆਂ ਮੋਹਰਾਂ ਲੱਗਦੀਆਂ, ਉਹਨੂੰ ਸੀਲ ਕਰਿਆ ਜਾਂਦਾ ਹੈ। ਉਹ ਸੈਂਪਲ ਸੀਲ ਕਰਕੇ ਲੈਬੋਰਟਰੀ 'ਚ ਭੇਜਿਆ ਜਾਂਦਾ, ਕੈਮੀਕਲ ਲੈਬੋਰਟਰੀ 'ਚ ਜੀ। ਉਹ ਕੈਮੀਕਲ ਲੈਬੋਰਟਰੀ ਦੇ ਵਿੱਚ ਭੇਜ ਕੇ ਤੇ ਉੱਥੋਂ ਸੈਂਪਲ ਦੀ ਰਿਪੋਰਟ ਆਉਂਦੀ ਹੈ ਜੀ। ਕਈ ਵਾਰ ਉਹ 3 ਮਹੀਨੇ ਲੈ ਲੈਂਦੇ ਆ, 4 ਮਹੀਨੇ, ਇਟ ਡਿਪੈਂਡਸ ਅਪਨ ਰਸ਼ ਆਫ ਦੀ ਕੇਸਿਸ ਜੀ। ਤੇ ਉਹਦੇ ਵਿੱਚ ਜਦੋਂ ਰਿਪੋਰਟ ਆਉਂਦੀ ਹੈ ਉਹ ਰਿਪੋਰਟ ਦੇ ਵਿੱਚ ਜਿਹੜੀ ਕੀ ਸਬਸਟੈਂਸ, ਨਸ਼ੀਲੇ ਸਬਸਟੈਂਸ ਦੀ ਕੁਆਂਟੀਟੀ ਹੈ ਕਿੰਨੀ % ਆ ਰਹੀ ਹੈ, ਉਹ ਪਰਸੈਂਟੇਜ ਡਿਪੈਂਡ ਕਰਦੀ ਹੈ ਜੀ। ਜੇ ਹੁਣ ਪਰਸੈਂਟੇਜ ਹੀ 5% ਆ ਰਹੀ ਹੈ 100% ਕੁਆਂਟੀਟੀ ਤੋਂ, ਤਾਂ ਉਹ ਹੀ ਬੜਾ ਹੀ ਸਮਾਲ ਕੁਆਂਟੀਟੀ ਦੇ ਵਿੱਚ ਲਾਈ ਕਰ ਜੂਗਾ ਕੇਸ ਜੀ। ਜੇ ਉਹਦੀ ਪਰਸੈਂਟੇਜ ਨਾਰਕੋਟਿਕਸ ਦੀ, ਮੋਰਫਿਨ ਦੀ, ਜਿਹੜੀ ਇੱਕ ਨਸ਼ੀਲਾ ਪਦਾਰਥ ਹੈ ਜਿਹੜਾ ਕਿ ਕਾਫੀ ਸਬਸਟੈਂਸ ਦੇ ਵਿੱਚ ਪਾਇਆ ਜਾਂਦਾ, ਉਹ ਜ਼ਿਆਦਾ ਆ ਰਹੀ ਹੈ, ਤਾਂ ਜਦੋਂ ਰਿਪੋਰਟ ਆਊਗੀ, ਕੋਰਟ ਦੇ ਵਿੱਚ ਰਿਪੋਰਟ ਆਊਗੀ ਕਿ ਇਹ ਐਕਚੁਅਲੀ ਜੇ ਇੰਨੀ ਕਿਲੋ ਸਪੋਜ਼ ਕਰੋ 2 ਕਿਲੋ ਫੜੀ ਗਈ ਹੈ ਫੀਮ ਜਾਂ ਭੁੱਕੀ ਫੜੀ ਗਈ ਹੈ 20 ਕਿਲੋ, ਤੇ ਉਹਦੇ ਵਿੱਚ ਉਹ ਕੈਮੀਕਲ ਐਗਜ਼ਾਮੀਨਰ ਰਿਪੋਰਟ ਲੱਗ ਜੂਗੀ। ਜੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਦੇ ਵਿੱਚ ਸੈਂਪਲ ਫੇਲ ਹੁੰਦਾ ਵੀ ਅਸੀਂ ਤਾਂ ਸੈਂਪਲ ਫੜਿਆ ਸੀ ਭੁੱਕੀ ਵਾਲਾ, ਫੀਮ ਵਾਲਾ, ਗਾਂਜੇ ਵਾਲਾ, ਪਰ ਇਹ ਸੈਂਪਲ ਉੱਥੋਂ ਹੋਰ ਕੋਈ ਆਇਆ, ਸੈਂਪਲ ਫੇਲ ਹੋ ਗਿਆ, ਉਹ ਫਿਰ ਲੈਪਸ ਕਰ ਦਿੰਦੇ ਆ। ਉਹ ਫਿਰ ਕੋਰਟ ਨੂੰ ਮਤਲਬ ਕਿ ਕੋਈ ਉਹਨਾਂ ਕੋਲ ਆਪਸ਼ਨ ਨਹੀਂ ਰਹਿੰਦੀ, ਉਹਨਾਂ ਨੂੰ ਫਿਰ ਉਹ ਸੈਂਪਲ ਦੇ ਫੇਲ ਹੋਣ ਦੇ ਆਧਾਰ ਤੇ ਬਰੀ ਕਰਨਾ ਪੈਂਦਾ ਜੀ ਜੀ। ਕੁਝ ਮੁਲਜ਼ਮ ਐ ਬਰੀ ਹੋ ਜਾਂਦੇ ਨੇ, ਕੁਝ ਲੈਪਸਿਸ ਰਹਿ ਜਾਂਦੇ ਨੇ। ਕਈ ਵਾਰ ਪੁਲਿਸ ਮੁਲਾਜ਼ਮ, ਜਿਵੇਂ ਤੁਹਾਨੂੰ ਦੱਸਿਆ ਮੈਂ, ਜੀਓ ਦੀ ਆਫਰ ਨਹੀਂ ਦਿੰਦੇ ਵੀ ਤੁਸੀਂ ਗਜ਼ਟਡ ਅਫਸਰ ਨੂੰ, ਤੁਹਾਡੇ ਕੋਲ ਰਾਈਟ ਹੈ ਪੁੱਛਣ ਦਾ, ਉਹ ਕਈ ਲੈਪਸਿਸ ਰਹਿ ਜਾਂਦੇ ਨੇ ਚਲਾਨ ਪੇਸ਼ ਹੋਣ ਦੇ ਵਿੱਚ। ਉਹਦੇ ਵਿੱਚ ਫਿਰ ਉਹ ਜਿਹੜੇ ਮੁਲਜ਼ਮਾਂ ਨੂੰ ਬਰੀ ਹੋਣ ਦੇ ਵਿੱਚ ਉਹਨਾਂ ਨੂੰ ਪ੍ਰੈਫਰੈਂਸ ਮਿਲ ਜਾਂਦੀ ਜੀ। ਤੇਗਵੀਰ ਜੀ, ਹਮੇਸ਼ਾ ਦੇਖਿਆ ਜਾਂਦਾ ਕਿ ਪੁਲਿਸ ਮੁਲਾਜ਼ਮਾਂ ਤੇ ਵੀ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਕੀਤੇ ਜਾਂਦੇ ਨੇ ਕਿ ਉਹਨਾਂ ਦੇ ਵੱਲੋਂ ਨਮੂਨਿਆਂ ਦੇ ਵਿੱਚ ਹੇਰਾਫੇਰੀ ਕੀਤੀ ਜਾਂਦੀ ਹੈ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਵਾਕਈ ਕੀਤੀ ਜਾਂਦੀ ਹੈ ਜਾਂ ਫਿਰ ਅਜਿਹਾ ਨਹੀਂ ਹੋ ਸਕਦਾ? ਦੇਖੋ, ਟੈਕਨੀਕਲੀ ਪੁਲਿਸ ਮੁਲਾਜ਼ਮ ਜਦੋਂ ਵਰਦੀ ਪਾਈ ਹੈ ਤਾਂ ਬੜਾ ਹੀ ਜ਼ਿੰਮੇਵਾਰ ਹੁੰਦਾ ਟੂ ਸੇਫਗਾਰਡ ਦੀ ਪਬਲਿਕ। ਕਾਫੀ ਐਲੀਗੇਸ਼ਨਸ ਲੱਗਦੇ ਨੇ ਫਰੋਮ ਦੀ ਪਬਲਿਕ, ਪਰ ਕਈ ਵਾਰ ਐ ਹੁੰਦਾ ਹੈ ਸ਼ੱਕ ਦੇ ਆਧਾਰ ਤੇ ਪੁਲਿਸ ਵਾਲੇ ਬੰਦੇ ਨੂੰ ਚੱਕ ਲੈਂਦੇ ਨੇ। ਉਹਦੇ ਵਿੱਚੋਂ ਕੋਈ ਕੁਆਂਟੀਟੀ, ਕੋਈ ਮੁਖਬਰੀ ਹੁੰਦੀ ਹੈ, ਮੁਖਬਰੀ ਦੇ ਆਧਾਰ ਤੇ ਚੱਕ ਲੈਂਦੇ, ਉਹਦੇ ਤੋਂ ਕੋਈ ਕੁਆਂਟੀਟੀ ਪਾਊਡਰ ਮਿਲ ਜਾਂਦਾ, ਪਾਊਡਰ ਮਿਲ ਜਾਂਦਾ ਹੈ ਤੇ ਬੰਦਾ ਉਹ ਫੜ ਕੇ ਜੇਲ੍ਹ 'ਚ ਦੇ ਦਿੰਦੇ ਨੇ ਜੀ। ਜੇਲ੍ਹ 'ਚ ਦੇ ਦਿੰਦੇ। ਕੈਮੀਕਲ ਐਗਜ਼ਾਮੀਨਰ ਦੀ ਜਿਹੜੀ ਰਿਪੋਰਟ ਹੈ ਉਹ ਆਂਦੇ ਲੱਗ ਜਾਂਦੇ ਨੇ ਜੀ 4 ਮਹੀਨੇ 6 ਮਹੀਨੇ। ਉਹ ਜਦੋਂ ਜੇ ਉਹ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ 'ਚ ਕੁਛ ਨਹੀਂ ਆਇਆ ਤਾਂ ਫਿਰ ਤਾਂ ਮੁਲਜ਼ਮ ਨੇ ਇਲਜ਼ਾਮ ਲਾਉਣਾ ਹੀ ਲਾਉਣਾ ਬਈ ਮੇਰੇ ਕੋਲ ਤਾਂ ਹੋਰ ਕੋਈ ਨਸ਼ੀਲਾ ਪਦਾਰਥ ਨਹੀਂ ਸੀ, ਮੈਂ ਤਾਂ ਹੋਰ ਕੋਈ ਸਮਾਨ ਲੈ ਕੇ ਜਾ ਰਿਹਾ ਸੀ, ਆਹ ਦੇਖੋ ਕੈਮੀਕਲ ਐਗਜ਼ਾਮੀਨਰ ਦੇ ਵਿੱਚ ਮੇਰੀ ਰਿਪੋਰਟ ਮੇਰੇ ਪੱਖ ਦੀ ਆਈ ਹੈ। ਪਰ ਸਵਾਲ ਇਹ ਤਾਂ ਜ਼ਿਆਦਾ ਪਬਲਿਕ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਉਹਨੇ 5-6 ਮਹੀਨੇ 7 ਜੇਲ੍ਹ ਦੇ ਵਿੱਚ ਕੱਟ ਤੇ ਬਿਨਾਂ
ਕੋਈ ਕਸੂਰ ਤੋਂ, ਕਿਉਂਕਿ ਐਗਜ਼ਾਮੀਨਰ ਰਿਪੋਰਟ ਦੇ ਸਾਰਾ ਨਸ਼ੇ ਜਿਹੜੀ NDPS ਐਕਟ ਹੈ ਨਾ ਜੀ, ਇਹ ਸਾਰੀ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਖੜਾ ਹੈ। ਉਹ ਰਿਪੋਰਟ ਦੇ ਵਿੱਚ ਕੁਝ ਨਹੀਂ ਆਇਆ ਤਾਂ ਮੁਲਜ਼ਮ ਨੇ ਜੇਲ੍ਹ ਤੋਂ ਬਾਹਰ ਆ ਕੇ ਇਲਜ਼ਾਮ ਲਾਉਣੇ ਨੇ। ਕਾਫੀ ਸੁਣਨ ਚ ਆਇਆ, ਅਖਬਾਰਾਂ 'ਚ ਵੀ ਪੜ੍ਹਦੇ ਆ, ਕਈ ਵਾਰ ਜਦੋਂ ਸਰਕਾਰਾਂ ਬਦਲਦੀਆਂ ਕੋਈ ਪੋਲੀਟੀਕਲ ਆਪਣੇ ਗੇਨ ਵਾਸਤੇ ਵੀ ਕਹਿੰਦੇ ਨੇ ਪੁਲਿਸ ਮੁਲਾਜ਼ਮ ਨੂੰ ਵੀ ਭਾਈ ਇਹ ਤੇ ਆ ਕਰ ਦੋ, ਬਟ ਜੇ ਉਹ ਨਸ਼ੀਲਾ ਪਦਾਰਥ ਫੇਲ ਹੁੰਦਾ ਤਾਂ ਉਹਦਾ ਬੈਨੀਫਿਟ ਹੁੰਦਾ, ਬਾਅਦ 'ਚ ਫਿਰ ਪੁਲਿਸ ਨੂੰ ਕਸੂਰਵਾਰ ਕਹਿਆ ਜਾਂਦਾ। ਜੇ ਪੁਲਿਸ ਕਸੂਰਵਾਰ ਕਿਤੇ ਹੱਦ ਤੱਕ ਹੈ ਤਾਂ ਕੋਰਟ ਕਚਹਿਰੀ ਜੱਜਿਸ ਬੈਠੇ ਨੇ, ਉਹ ਦੇਖਦੇ ਨੇ ਵੀ ਇਹਨਾਂ ਨੇ ਇਹ ਜਾਣਬੁੱਝ ਕੇ ਪਾਇਆ ਤਾਂ ਉਹ ਲੈਪਸਿਸ ਆ ਜਾਂਦੇ ਨੇ। ਕਈ ਵਾਰ ਫਿਰ ਇੰਡੀਪੈਂਡੈਂਟ ਗਵਾਹ ਪਾਣਾ ਹੁੰਦਾ, ਉਹ ਨਹੀਂ ਮਿਲਦਾ, ਉਹਦੇ ਵਿੱਚ ਫਿਰ ਲਕੂਨੇ ਰਹਿ ਜਾਂਦੇ ਆ, ਜਿਹਦੇ ਕਰਕੇ ਮੁਲਜ਼ਮ ਬਰੀ ਹੋ ਜਾਂਦੇ। ਜੀ, ਨਸ਼ੇ ਤਾਂ ਬਹੁਤ ਚੱਲ ਰਹੇ ਨੇ ਜੇਕਰ ਅਸੀਂ ਨਸ਼ਿਆਂ ਦੀ ਗੱਲ ਕੀਤੀ ਜਾਵੇ, ਪਰ ਜਿਹੜੇ ਹਾਈਲਾਈਟ ਨਸ਼ੇ ਨੇ ਜਿਨ੍ਹਾਂ ਦੇ ਕਰਕੇ ਜ਼ਿਆਦਾਤਰ ਲੋਕ ਉਸ ਨਾਲ ਪੀੜਤ ਵੀ ਨੇ, ਨੌਜਵਾਨ ਜਿਹੜੇ ਲਗਾਤਾਰ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਨੇ, ਉਹਨਾਂ ਨਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਨਸ਼ੇ ਨੇ ਜਿਹੜੇ ਸਭ ਤੋਂ ਵੱਧ ਪ੍ਰਚਲਿਤ ਚੱਲ ਰਹੇ ਨੇ? ਦੇਖੋ, ਨਸ਼ੇ ਤਾਂ ਪ੍ਰਚਲਿਤ ਹੁਣ ਆਪਾਂ ਦੇਖਿਆ ਬਾਲੀਵੁੱਡ ਤੱਕ ਐਲੀਗੇਸ਼ਨ ਲੱਗ ਰਹੇ ਸਿੰਥੈਟਿਕ ਨਸ਼ੇ ਦੇ, ਬਿਲਕੁਲ, ਤੇ ਉਹ ਪੰਜਾਬ ਨੂੰ ਵੀ ਕਈ ਟੱਚ ਕਰ ਰਹੇ ਨੇ ਵੀ ਸਿੰਥੈਟਿਕ ਨਸ਼ਾ ਆ ਰਿਹਾ। ਕੁਐਸਚਨ ਇਹ ਹੈ ਵੀ ਸਿੰਥੈਟਿਕ ਨਸ਼ਾ ਆ ਰਿਹਾ ਤੇ ਜੇ ਆ ਰਿਹਾ ਤਾਂ ਹੀ ਕੰਜ਼ੰਪਸ਼ਨ ਹੋ ਰਹੀ ਹੈ, ਤਾਂ ਹੀ ਉਹਨੂੰ ਨੌਜਵਾਨ ਜਿਹੜੇ ਆਦੀ ਹੋ ਗਏ ਨੇ ਸਿੰਥੈਟਿਕ ਨਸ਼ਾ ਕਰ ਰਹੇ ਨੇ। ਉਹਦੇ ਵਿੱਚ ਆਪਾਂ ਕਈ ਸ਼ੀਸ਼ੀਆਂ ਪੀਣ ਲੱਗ ਜਾਂਦੇ ਹਾਂ, ਜਿਵੇਂ ਕਫ ਸਿਰਪਸ ਹੁੰਦੇ ਨੇ, ਉਹ ਕੋਈ ਟੀਕੇ ਲਾਉਣ ਲੱਗ ਜਾਂਦੇ ਨੇ। ਹੁਣ ਭੁੱਕੀ ਫੀਮ ਹੈ, ਇਹਦੀ ਆਪਣੇ ਤਾਂ ਬੈਨ ਹੈ, ਕਈ ਸ਼ਹਿਰਾਂ 'ਚ ਇਹਨੂੰ ਲੀਗਲ ਮੰਨਿਆ ਗਿਆ, ਠੀਕ, ਹਾਂ। ਉਹ ਫਿਰ ਸਪਲਾਈ ਜਦੋਂ ਬਾਰਡਰ ਸਟੇਟ ਦੇ ਵਿੱਚ ਸਟ੍ਰਿਕਟਨੈਸ ਘੱਟ ਹੈ, ਉਹ ਨੈਚੁਰਲੀ ਸਪਲਾਈ ਹੋਣੀ। ਜਦੋਂ ਸਪਲਾਈ ਰੁਕ ਜਾਂਦੀ ਹੈ ਫਿਰ ਉਹਨਾਂ ਦੀ ਰਿਪਲੇਸਮੈਂਟ ਲਈ ਜਿਹੜੇ ਨਸ਼ੀਲੇ ਪਦਾਰਥ ਦੇ ਆਦੀ ਨੇ ਉਹ ਫਿਰ ਸਿੰਥੈਟਿਕ ਨਸ਼ਾ ਜਿਹੜਾ ਕਿ ਈਜ਼ੀਲੀ ਅਵੇਲੇਬਲ ਆ ਮਾਰਕੀਟ ਦੇ ਵਿੱਚ, ਉਧਰ ਜਾਂਦੇ ਨੇ। ਸੋ ਨਸ਼ੀਲੇ ਪਦਾਰਥਾਂ ਦੇ ਵਿੱਚ ਸਿੰਥੈਟਿਕ ਨਸ਼ਾ, ਟੀਕੇ, ਗੋਲੀਆਂ, ਨਸ਼ੀਲੀਆਂ ਗੋਲੀਆਂ, ਕਫ ਸਿਰਪ ਜਿਹੜੇ ਸ਼ੀਸ਼ੀਆਂ ਕਹਿੰਦੇ ਨੇ, ਇਹਨਾਂ ਦੇ ਵਿੱਚ ਕਾਫੀ ਲੋਕ ਨਸ਼ੀਲੇ ਪਦਾਰਥ ਜਿਹੜੇ ਆਦੀ ਨੇ ਵੜ ਰਹੇ ਨੇ, ਜਿਨ੍ਹਾਂ 'ਚ ਚਰਸ ਵੀ ਆ ਜਾਂਦੀ ਹੈ, ਸਮੈਕ ਵੀ ਆ ਜਾਂਦੀ ਹੈ। ਸੋ ਇਹ ਪਦਾਰਥ ਜ਼ਿਆਦਾ ਹਾਨੀਕਾਰਕ ਵੀ ਨੇ। ਜੀ, ਨਸ਼ਾ ਤਾਂ ਚਾਰੇ ਪਾਸੇ ਫੈਲਿਆ ਹੋਇਆ, ਪਰ ਜੇਕਰ ਅਸੀਂ ਦੂਜੇ ਰਾਜਾਂ ਦੇ ਮੁਕਾਬਲੇ ਸਾਡੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਿੰਨੇ ਕੁ ਪੱਧਰ ਤੱਕ ਨਸ਼ਾ ਇਹ ਪਹੁੰਚ ਚੁੱਕਿਆ? ਦੇਖੋ, ਪੰਜਾਬ ਦੇ ਵਿੱਚ ਨਸ਼ਾ ਜਿਹੜਾ ਸਪਲਾਈ ਹੋ ਰਿਹਾ ਨੈਚੁਰਲੀ, ਜੇ ਬਾਰਡਰਸ ਦੀਆਂ ਅਣਗਹਿਲੀਆਂ ਨੇ ਤਾਂ ਹੋ ਰਿਹਾ। the position would have been different ਜੇ ਬਾਰਡਰ ਸਟ੍ਰਿਕਟ ਹੋਣ, ਸਟੇਟ ਟੂ ਸਟੇਟ ਵੀ ਸਟ੍ਰਿਕਟ ਹੋਣ, ਕੰਟਰੀ ਟੂ ਕੰਟਰੀ ਸਟ੍ਰਿਕਟ ਹੋਣ। ਪੁਲਿਸ ਨੂੰ ਪਤਾ ਹੈ ਕਿੱਥੋਂ ਆਪਾਂ ਬਾਰਡਰ ਦੇ ਦੇਖਿਆ 20 ਕੁਆਂਟਲ ਹੈਰੋਇਨ ਆ ਰਹੀ ਹੈ, ਦੈਟ ਇਜ਼ ਔਨ ਰਿਕਾਰਡ, ਅਖਬਾਰਾਂ 'ਚ ਪਿਆ, ਕੋਰਟ ਕਚਹਿਰੀਆਂ ਦੀ ਫਾਈਲਾਂ 'ਚ ਪਿਆ। ਬਟ ਜਿਹੜੀ ਇਹਦੀ ਸਟੈਟਿਕਸ ਨੇ ਪੰਜਾਬ ਦੇ ਬੜੇ ਭਿਆਨਕ ਨੇ, ਯੂਪੀ ਦੇ ਬੜੇ ਭਿਆਨਕ ਨੇ, ਤੇ ਤਾਮਿਲਨਾਡੂ ਦੇ ਬੜੇ ਭਿਆਨਕ ਨੇ, ਬੰਬੇ ਦੇ ਬੜੇ ਭਿਆਨਕ ਨੇ। ਪੰਜਾਬ, ਉੱਤਰ ਪ੍ਰਦੇਸ਼ ਦਾ ਸਟੇਟ ਬਹੁਤ ਬੜੀ ਹੈ, ਉਹਦੇ ਭਿਆਨਕ ਨਤੀਜੇ ਤਾਂ ਹੈ। ਅਸੀਂ ਜੇ ਛੋਟੀ ਸਟੇਟ ਹੈ ਐਜ਼ ਕੰਪੇਅਰ ਟੂ ਯੂਪੀ, ਸਾਡੇ ਫੇਰ ਵੀ ਨਸ਼ਾ ਬਹੁਤ ਵੱਧ ਰਿਹਾ। ਬਿਲਕੁਲ, ਹਾਂ। ਤੇ ਐਲੀਗੇਸ਼ਨਸ ਜਿਹੜੀ ਪਬਲਿਕ ਲਾ ਰਹੀ ਹੈ, ਉਹ ਕਹਿੰਦੇ ਵੀ ਜੇ MP ਤੋਂ ਆ ਰਹੇ ਆ ਜਾਂ ਪਾਕਿਸਤਾਨ ਤੋਂ ਆ ਰਹੇ ਆ ਜਾਂ ਬਾਰਡਰ ਸਟੇਟਸ ਤੋਂ ਆ ਰਹੇ ਆ, ਟਰੱਕਾਂ 'ਚ ਆ ਰਹੇ ਆ, ਜਿਹੜੇ ਮਤਲਬ ਕਿ ਪੁਲਿਸ ਤੇ ਪੋਲੀਟੀਸ਼ੀਅਨਸ ਦੀ ਮੁਲਭਿਕਤ ਨਾਲ ਆ ਰਹੇ, ਮਿਲੀ ਭੁਗਤ ਕਰਕੇ ਉਹ ਜਿਹੜੇ ਬੜੇ ਮਗਰਮੱਛ ਆ ਉਹ ਪਕੜੇ ਨਹੀਂ ਜਾ ਰਹੇ। ਹਾਂ, ਇਹ ਪ੍ਰੋਬਲਮ ਆ ਰਹੀ ਹੈ। ਜੀ, ਜਿਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਕੇਸ ਤਾਂ ਬਹੁਤ ਦਰਜ ਹੁੰਦੇ ਨੇ, ਪਰ ਇਹਨਾਂ ਕੇਸਾਂ ਦੇ ਵਿੱਚੋਂ ਜਿਹੜੇ ਸਜ਼ਾਵਾਂ ਤੱਕ ਪਹੁੰਚਦੇ ਨੇ, ਮੰਨ ਲਓ ਕਿ 100 ਕੇਸ ਜਿਹੜਾ ਕਿ ਨਸ਼ੀਲੇ ਪਦਾਰਥਾਂ ਵਾਲਾ ਉਹਨਾਂ ਕੋਲ ਆ ਚੁੱਕਿਆ, ਉਹਨਾਂ ਦੇ ਵਿੱਚੋਂ ਜਿਹੜੀਆਂ ਸਜ਼ਾਵਾਂ ਤੱਕ ਪਹੁੰਚਦੇ ਨੇ, ਕਿੰਨੇ ਕੁ ਕੇਸ ਮੰਨੇ ਜਾਂਦੇ ਨੇ ਵੀ ਉਹ ਸਜ਼ਾਵਾਂ ਤੱਕ ਪਹੁੰਚ ਜਾਂਦੇ ਨੇ? ਦੇਖੋ, ਥੱਲੜੇ ਲੈਵਲ ਤੋਂ ਕੋਰਟ 'ਚੋਂ ਸ਼ੁਰੂ ਹੋ ਜਾਂਦਾ ਜੀ, ਜੋ ਡੈਜ਼ਿਗਨੇਟਿਡ ਕੋਰਟ ਮੈਂ ਜਿਵੇਂ ਤੁਹਾਨੂੰ ਦੱਸਿਆ, ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਦੇ ਵਿੱਚੋਂ। ਉਸ ਤੋਂ ਬਾਅਦ ਔਨਰੇਬਲ ਹਾਈ ਕੋਰਟ ਤੇ ਚਲੀ ਜਾਂਦੀ ਹੈ ਜੇ ਕੋਈ ਥੱਲੋਂ ਸਜ਼ਾ ਹੋ ਜੇ। ਹੁਣ ਕਮਰਸ਼ੀਅਲ 'ਚ ਤਾਂ ਸਜ਼ਾ ਤੇ ਫਾਈਨ ਦੋਨੋਂ ਨੇ, 10 years ਮਿਨੀਮਮ ਅਪ ਟੂ 20 years, 1 ਲੱਖ ਰੁਪਇਆ ਜੁਰਮਾਨਾ। ਉਹ ਬੰਦੇ ਨੂੰ ਜੇ ਸਾਲ 3 ਸਾਲ ਅੰਦਰ ਜੇਲ੍ਹ 'ਚ ਲਾਤੇ, ਉਹਨੇ ਫਿਰ ਜੇ ਥੱਲੋਂ ਉਹਨਾਂ ਨੂੰ ਪਨਿਸ਼ਮੈਂਟ ਮਿਲ ਗਈ, ਜੱਜਮੈਂਟ ਉਹਨਾਂ ਦੇ ਖਿਲਾਫ ਆ ਗਈ, ਤਾਂ ਉਹ ਔਨਰੇਬਲ ਹਾਈ ਕੋਰਟ 'ਚ ਜਾਂਦੇ ਨੇ ਜੀ, ਪੰਜਾਬ ਹਰਿਆਣਾ ਹਾਈ ਕੋਰਟ 'ਚ।
ਤੇ ਕੋਰਟ ਦੇ ਵਿੱਚ ਜਾ ਕੇ ਫਿਰ ਉਹ ਅਪੀਲ ਹੁੰਦੀ ਹੈ, ਉੱਥੇ ਸਸਪੈਂਸ਼ਨ ਪਾਉਂਦੇ ਨੇ, ਕੋਈ ਜੇ ਟਾਈਮ ਜ਼ਿਆਦਾ ਗੁਜ਼ਾਰਿਆ ਹੁੰਦਾ ਸਸਪੈਂਡ ਕਰਦੇ ਨੇ ਉਹ। ਮੀਨਵਾਈਲ ਜੇ ਅਪੀਲ ਉੱਥੋਂ ਖਾਰਜ ਹੁੰਦੀ ਹੈ ਫਿਰ ਸੁਪਰੀਮ ਕੋਰਟ ਜਾਂਦੇ ਨੇ, ਪਰ ਸੁਪਰੀਮ ਕੋਰਟ ਜਾਂਦੇ ਜਾਂਦੇ ਕਾਫੀ ਟੈਕਨੀਕਲਟੀਜ਼ ਦੇ ਵਿੱਚੋਂ ਲੰਘਣਾ ਪੈਂਦਾ ਹੈ। ਜੇ ਥੱਲੇ ਸਜ਼ਾ ਸਪੋਜ਼ ਕਰੋ ਥੱਲੇ 90% ਕਨਵਿਕਸ਼ਨ ਹੈ ਥੱਲੜੀ ਕੋਰਟਾਂ 'ਚ, ਹਾਈ ਕੋਰਟ ਦੇ ਵਿੱਚੋਂ ਕਨਵਿਕਸ਼ਨ ਰੇਟ ਥੋੜਾ ਜਿਹਾ ਪਰਸੈਂਟੇਜ ਘਟ ਜਾਂਦਾ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹੋਰ ਘਟ ਜਾਂਦਾ ਜਿਵੇਂ ਜਿਵੇਂ ਕੋਰਟਸ ਵੱਜਦੇ, ਕਿਉਂਕਿ ਉੱਥੇ ਵਕੀਲ ਸਾਹਿਬਾਨ ਟੈਕਨੀਕਲਟੀਜ਼ ਲੈਪਸਿਸ ਪੁਲਿਸ ਦੀਆਂ ਅਣਗਹਿਲੀਆਂ ਤੇ ਜੱਜਮੈਂਟਸ ਲੋਅਰ ਕੋਰਟਸ ਦੀਆਂ ਵਿੱਚੋਂ ਉਹ ਕੁਛ ਨਾ ਕੁਛ ਇਹੋ ਜਿਹੇ ਨਕੂਨੇ ਪੇਸ਼ ਕਰਦੇ ਨੇ ਜਿਹੜੇ ਕਿ ਮੁਲਜ਼ਮ ਦੇ ਲਈ ਬੈਨੀਫਿਟ ਸਾਬਤ ਹੁੰਦੇ ਨੇ। ਜੀ ਜੀ ਬਿਲਕੁਲ ਤੁਹਾਡੇ ਵਾਲੀ ਗੱਲ, ਜਿਵੇਂ ਜਿਵੇਂ ਕੋਰਟ ਉੱਪਰ ਹਾਇਰ ਕੋਰਟ ਦੇ ਵਿੱਚ ਅਪੀਲਸ ਜਾਂਦੀਆਂ ਉਹਨਾਂ ਦੀਆਂ ਕਨਵਿਕਸ਼ਨਾਂ ਥੋੜੀਆਂ ਥੋੜੀਆਂ ਘਟਦੀਆਂ ਜਾਂਦੀਆਂ ਅਨਲੈਸ ਅੰਟਿਲ ਉਹਦੇ ਵਿੱਚ ਲੈਪਸਿਸ ਘੱਟ ਹੋਣ। ਜੀ ਇੱਕ ਅਹਿਮ ਸਵਾਲ ਜੋ ਹਮੇਸ਼ਾ ਹੀ ਦੇਖਿਆ ਜਾਂਦਾ ਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਜ਼ਰੂਰ ਹੁੰਦਾ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਝੂਠੇ ਕੇਸਾਂ ਦੇ ਵਿੱਚ ਵੀ ਫਸਾਇਆ ਜਾਂਦਾ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਵਾਕਈ ਹੀ ਅਜਿਹਾ ਹੁੰਦਾ ਕਿ ਉਹਨਾਂ ਨੂੰ ਨਸ਼ੇ ਦੇ ਝੂਠੇ ਕੇਸਾਂ 'ਚ ਫਸਾਇਆ ਜਾਂਦਾ ਹੈ? ਦੇਖੋ ਬੜੀ ਹੁਣ ਮਹਿਮ ਚੱਲ ਰਹੀ ਹੈ, ਪਿੱਛੇ ਜੇ ਮੈਂ ਦੇਖ ਰਿਹਾ ਸੀ ਇੱਕ ਸਰਪੰਚ ਲੇਡੀ ਆਫ ਅ ਵਿਲੇਜ ਇਨ ਪੰਜਾਬ ਓਪਨਲੀ ਬਾਹਰ ਆਈ ਹੈ, ਨਸ਼ਿਆਂ ਦੇ ਖਿਲਾਫ ਬੋਲੀ ਹੈ ਤੇ ਹੁਣ ਕਾਫੀ ਬੰਦੇ ਇਕੱਠੇ ਹੋ ਕੇ ਨਸ਼ੇੜੀਆਂ ਨੂੰ ਫੜਦੇ ਨੇ, ਕੁੱਟਦੇ ਨੇ, ਪੁਲਿਸ ਕੋਲ ਫੜਾਉਂਦੇ। ਉਹਦੀ ਤੁਹਾਡੇ ਉਹੀ ਗੱਲ ਕੋਰਟਸ ਦੇ ਵਿੱਚ ਨੇ, ਕੋਰਟਸ ਨੇ ਤਾਂ ਲੀਗਲ ਆਪਣਾ ਲੀਗਲ ਪੁਆਇੰਟ ਆਫ ਵਿਊ ਤੋਂ ਦੇਖਣਾ, ਉਹਨਾਂ ਨੇ ਕੀ ਫਾਈਲ ਬੋਲ ਰਹੀ ਆ ਉਹ ਦੇਖਣਾ। ਪਰ ਜਦੋਂ ਇੱਕ ਨਸ਼ੇੜੀ ਬਰੀ ਹੋ ਜਾਂਦਾ ਹੈ ਪੁਲਿਸ ਦੀ ਟੈਕਨੀਕਲਟੀਜ਼ ਅਣਗਹਿਲੀਆਂ ਕਰਕੇ, ਤਾਂ ਉਹ ਫਿਰ ਜਿਹੜੇ ਪਿੰਡ ਦੇ ਵਿੱਚ ਚੱਲੀ ਜਾਂਦੀ ਹੈ ਵੀ ਇਹ ਤਾਂ ਨਸ਼ਾ ਵੇਚਦਾ ਰਿਹਾ, ਇਹ ਬਰੀ ਕਿਵੇਂ ਹੋ ਗਿਆ, ਇਹ 4 ਸਾਲ ਬਾਅਦ ਬਾਹਰ ਕਿਵੇਂ ਆ ਗਿਆ, ਇਹਨੂੰ ਤਾਂ 20 ਸਾਲੀ ਹੋਣੀ ਚਾਹੀਦੀ ਸੀ, ਇਹਨੂੰ 10 ਸਾਲੀ ਹੋਣੀ ਚਾਹੀਦੀ ਸੀ। ਉਹ ਜਦੋਂ ਬਾਹਰ ਆ ਜਾਂਦੇ ਨੇ ਉਹ ਕਹਿੰਦੇ ਵੀ ਮੈਂ ਤਾਂ ਨਿਰਦੋਸ਼ ਹਾਂ, ਪਰ ਉਹ ਹੁੰਦੀ ਟੈਕਨੀਕਲਟੀਜ਼ ਦੀ ਪ੍ਰੋਬਲਮ ਹੈ। ਸੋ ਇਹ ਤੁਹਾਡੀ ਵਾਲੀ ਗੱਲ ਵੀ ਜਿਹੜੀਆਂ ਕਨਵਿਕਸ਼ਨ ਹੁੰਦੀਆਂ ਨੇ, ਬਟ ਹੁਣ ਲੋਕਾਂ ਨੂੰ ਇਕੱਠੇ ਹੋ ਕੇ ਜਿਹੜੇ ਪਿੰਡ 'ਚ ਜਿਹੜੀ ਸਟੇਟ 'ਚ ਉਹਨਾਂ ਦੀਆਂ ਗਲੀਆਂ 'ਚ ਨਸ਼ੇੜੀ ਵੇਚਦੇ ਨੇ ਰਹਿੰਦੇ ਨੇ, ਉਹਨਾਂ ਦੇ ਇਕੱਠੇ ਹੋ ਕੇ ਉਹਨਾਂ ਦੇ ਖਿਲਾਫ ਮੋਰਚਾ ਲਾਉਣਾ ਚਾਹੀਦਾ ਤਾਂ ਕਿ ਪੁਲਿਸ ਵੀ ਹੋਰ ਸਟ੍ਰਿਕਟ ਹੋਵੇ। ਜੀ ਜਿੱਦਾਂ ਤੁਸੀਂ ਬਰੀ ਹੋਣ ਦੀ ਗੱਲ ਕਹੀ ਜਾਂਦੀ ਹੈ, ਕਈ ਅਜਿਹੇ ਹੁੰਦੇ ਨੇ ਨਸ਼ਾ ਤਸਕਰ ਜਿਹੜੇ ਕਿ ਇੱਕ ਵਾਰ ਜਦੋਂ ਫੜੇ ਜਾਂਦੇ ਨੇ ਉਹ ਜੇਲ੍ਹਾਂ 'ਚ ਚਲੇ ਜਾਂਦੇ ਨੇ, ਸਜ਼ਾ ਭੁਗਤ ਕੇ ਫਿਰ ਬਾਹਰ ਆ ਜਾਂਦੇ ਨੇ, ਫਿਰ ਆ ਕੇ ਉਹ ਉਸੇ ਕੇਸ 'ਚ ਫੜੇ ਜਾਂਦੇ ਨੇ। ਬਾਰ-ਬਾਰ ਦੇਖਿਆ ਜਾਂਦਾ ਕਿ ਉਹਨਾਂ ਦਾ ਜੇਲ੍ਹ ਦੇ ਵਿੱਚ ਆਉਣਾ ਜਾਣਾ ਰਹਿੰਦਾ ਹੀ ਰਹਿੰਦਾ। ਤਾਂ ਜਿਸ ਤਰੀਕੇ ਨਾਲ ਪਤਾ ਹੁੰਦਾ ਕਿ ਇਹ ਨਸ਼ਾ ਵੇਚਦਾ, ਉਸ ਦੇ ਉੱਤੇ ਇੱਕ ਵਾਰ ਮਾਮਲਾ ਦਰਜ ਹੋ ਗਿਆ, ਫਿਰ ਬਾਰ-ਬਾਰ ਆਉਂਦੇ ਨੇ, ਤਾਂ ਉਹਨਾਂ ਦੇ ਵਾਸਤੇ ਕਿਵੇਂ ਦੀਆਂ ਸਜ਼ਾਵਾਂ ਹੁੰਦੀਆਂ ਨੇ ਜਾਂ ਕੇਸ ਦੀ ਗੱਲ ਕੀਤੀ ਜਾਵੇ? ਬਿਲਕੁਲ ਬਹੁਤ ਇੰਪੋਰਟੈਂਟ ਸਵਾਲ ਤੁਸੀਂ ਚੱਕਿਆ ਹੈ। NDPS ਦੇ ਵਿੱਚ ਬਿਲਕੁਲ ਕਲੀਅਰ ਕੱਟ ਲਿਖਿਆ ਹੋਇਆ ਜੀ, ਜੇ ਬੰਦਾ ਫਸਟ ਅਫੈਂਡਰ ਹੈ ਉਹਦੀ ਆ ਸਜ਼ਾ, ਸੈਕਿੰਡ ਅਫੈਂਡਰ ਹੈ ਦੂਜੀ ਵਾਰ ਐਂ ਕਰਦਾ, ਰਿਪੀਟ ਕਰਦਾ ਹੋਈ ਸੇਮ, ਤਾਂ ਉਹਦੀ ਸਜ਼ਾ ਡਬਲ ਹੋ ਰਹੀ ਹੈ ਜੀ। ਹੁਣ ਕਾਨੂੰਨ ਇਹ ਵੀ ਬਣ ਗਿਆ ਪਿਛਲੇ ਕਈ ਸਾਲਾਂ ਤੋਂ, ਜਿਹੜੇ ਨੇ NDPS ਦੇ ਰਾਹੀਂ ਆਪਣੀਆਂ ਕਮਰਸ਼ੀਅਲ ਕੁਆਂਟੀਟੀਆਂ ਰਾਹੀਂ ਨਸ਼ੀਲੇ ਪਦਾਰਥ ਵੇਚ ਕੇ ਪ੍ਰਾਪਰਟੀਜ਼ ਬਣਾਈਆਂ ਨੇ, ਬਿਲਕੁਲ ਚਾਹੇ ਉਹ ਜ਼ਮੀਨਾਂ, ਪਲਾਟਾਂ, ਸ਼ੋਰੂਮ, ਕੁਛ ਵੀ ਹੈ, ਉਹਨੂੰ ਜ਼ਬਤ ਕਰਨਾ। ਪੁਲਿਸ ਨੇ ਡਾਇਰੈਕਟਲੀ ਸਟ੍ਰੇਟ ਫਾਰਵਰਡ ਉਹਨਾਂ ਦੀ ਜਿਹੜੇ ਡਾਕੂਮੈਂਟਸ ਨੇ ਕਢਾ ਕੇ SSP ਦੇ ਥਰੂ ਕਰਵਾ ਕੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਜ਼ ਅਟੈਚ ਹੋ ਰਹੀਆਂ ਨੇ, ਕਾਫੀ ਕੇਸਿਸ ਮੈਂ ਹੈਂਡਲ ਕਰੇ ਹਾਈ ਕੋਰਟ ਦੇ ਵਿੱਚ ਜਿਹਦੇ ਪ੍ਰਾਪਰਟੀਜ਼ ਅਟੈਚ ਨੇ, ਉਹਦੇ ਵਿੱਚ ਜਿਹੜੇ ਤੁਸੀਂ ਕਿਹਾ ਉਹਨਾਂ ਨੂੰ ਫਿਰ ਡਬਲ ਸਜ਼ਾਵਾਂ ਤੇ ਉਹਨਾਂ ਦੀਆਂ ਬਣਾਈਆਂ ਪ੍ਰਾਪਰਟੀਜ਼ ਉਹ ਭੁਗਤਣੀਆਂ। ਨਸ਼ਾ ਕੋਈ ਇੱਕ ਬੰਦੇ ਦਾ ਕੰਮ ਤਾਂ ਨਹੀਂ ਹੁੰਦਾ ਕਿ ਇੱਕ ਬੰਦਾ ਨਸ਼ਾ ਲੈ ਕੇ ਆ ਰਿਹਾ, ਸਪਲਾਈ ਕਰ ਰਿਹਾ। ਇਸ ਦੇ ਵਿੱਚ ਅਨੇਕਾਂ ਹੱਥ ਜ਼ਰੂਰ ਜੁੜੇ ਹੁੰਦੇ ਨੇ, ਚਾਹੇ ਉਹ ਲੁਕ ਛਿਪ ਕੇ ਹੋਣ, ਚਾਹੇ ਦੂਰ ਬੈਠ ਕੇ ਹੋਣ। ਜੇਕਰ ਇਸ ਦੇ ਵਿੱਚ ਸਿਆਸਤਦਾਨਾਂ ਦੀ, ਪੁਲਿਸ ਦੀ ਤੇ ਅਦਾਲਤਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਕਿੰਨੀ ਕੁ ਭੂਮਿਕਾ ਮੰਨੀ ਜਾ ਸਕਦੀ ਹੈ? ਦੇਖੋ ਜਿਹੜੀ ਪੁਲਿਸ ਹੈ ਤੇ ਅਦਾਲਤਾਂ ਤੇ ਸਿਆਸਤਦਾਨ, ਇਹ ਤਿੰਨਾਂ ਦੀ ਇੱਕ ਚੇਨ ਕਰੈਕਟਰ ਹੈ, ਕਿਉਂਕਿ ਸਿਆਸਤਦਾਨਾਂ ਨੇ ਹੀ ਐਕਟ ਬਣਾਉਣੇ ਨੇ ਪਾਰਲੀਮੈਂਟ ਦੇ ਵਿੱਚ, ਜਿਵੇਂ NDPS ਵੀ ਸਿਆਸਤਦਾਨਾਂ ਨੇ ਬਣਾਇਆ ਪਾਰਲੀਮੈਂਟ, ਉਹ ਐਕਟ ਬਣਾ ਕੇ ਉਹਨਾਂ ਨੇ ਤਾਂ ਵਧੀਆ ਐਕਟ ਬਣਾਤਾ, ਉਹਦੇ ਵਿੱਚ ਸਜ਼ਾ ਵੀ ਬੜੀ ਬਹੁਤ ਵਧੀਆ ਸੋਲਿਡ ਕਰੀ ਹੈ, ਫਾਈਨ ਵੀ ਬੜਾ ਸੋਲਿਡ ਹੈ, ਜਿਹੜੇ ਰਿਪੀਟ ਅਫੈਂਡਰਸ ਦੇ ਉਹਨਾਂ ਲਈ ਵੀ। ਹੁਣ ਪੁਲਿਸ ਦੇ ਵਿੱਚ ਪਾਵਰਾਂ ਬਹੁਤ ਤੇ ਹੁਣ ਪੁਲਿਸ ਕਿਵੇਂ ਸਿਆਸਤਦਾਨਾਂ ਦੇ ਦਬਾਅ ਦੇ ਵਿੱਚ ਕਈ ਬੰਦੇ ਜਿਹੜੇ ਫੜੇ ਹੁੰਦੇ ਆ ਛੱਡ ਦਿੰਦੀ, ਉਹ ਦੇਖਣ ਨੂੰ ਆਇਆ, ਅਖਬਾਰਾਂ 'ਚ ਵੀ ਪੜ੍ਹਦੇ ਆ, ਪਬਲਿਕ ਵੀ ਕਹਿੰਦੀ ਬਿਲਕੁਲ ਉਹ ਛੱਡ ਦਿੰਦੀ ਹੈ। ਤੇ ਉਹ ਕਹਿੰਦੇ ਨੇ ਵੀ ਸਮਾਲ ਕੁਆਂਟੀਟੀ ਹੈ, ਕੰਜ਼ੰਪਸ਼ਨ ਹੈ,
बट एक बार वो ਜਿਹੜੇ ਚਹੇਤੇ ਹੁੰਦੇ ਆ ਉਹ ਖੁਸ਼ ਹੋ ਜਾਂਦੇ ਆ, ਉਹਨਾਂ ਦਾ ਜਿਹੜਾ ਹੌਸਲਾ ਹੈ ਉਹ ਦੁੱਗਣਾ ਹੋ ਜਾਂਦਾ ਬਿਲਕੁਲ। ਬਈ ਮੈਨੂੰ ਤਾਂ ਮੇਰੇ ਸਿਰ ਤੇ ਸਾਇਆ ਹੈਗਾ, ਐਮਐਲਏ ਸਾਹਿਬ, ਮੰਤਰੀ ਸਾਹਿਬ, ਸਰਪੰਚ ਸਾਹਿਬ ਮੈਨੂੰ ਛੁਡਾ ਕੇ ਲੈ ਆਏ। ਉਹ ਬੜੀ ਹੀ ਦਿੱਕਤ ਆ ਰਹੀ ਹੈ। ਉਸ ਤੋਂ ਬਾਅਦ ਕੋਰਟਾਂ 'ਚ ਜਾਂਦੇ ਨੇ, ਜੱਜ ਸਾਹਿਬਾਨਾਂ ਨੇ ਬੜੇ ਵਧੀਆ ਕੰਮ ਕਰ ਰਹੇ ਨੇ, ਤੇ ਇਹ ਐਨਡੀਪੀਐਸ ਦੇ ਐਕਟ ਉਹਨਾਂ ਨੇ ਨੀਰੀ ਪੂਰੀ ਜਿਹੜੀ ਫਾਈਲ ਬੋਲਦੀ ਹੈ ਜੱਜ ਸਾਹਿਬ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ। ਇਹ ਜੇ ਸਿਆਸਤਦਾਨ ਥੋੜੇ ਜਿਹੇ ਨਸ਼ੇ ਪ੍ਰਤੀ ਸੁਚੇਤ ਕਰਨ, ਲੋਕਾਂ ਨੂੰ, ਆਪਣੇ ਚਹੇਤਿਆਂ ਨੂੰ ਨਾ ਬਚਾਣ, ਤੇ ਪੁਲਿਸ ਆਪਣਾ ਕੰਮ ਵਫਾਦਾਰੀ ਨਾਲ ਕਰੇ ਤਾਂ ਜਿਹੜੀ ਕੇਸ ਪੂਰਾ ਕਲੰਦਰਾ ਬਣ ਕੇ ਤਿਆਰ ਕਰਿਆ, ਭਾਵੇਂ ਇੱਕ ਥਾਣੇਦਾਰ ਨੇ ਕਰਿਆ, ਭਾਵੇਂ ਇੱਕ ਜੀਓ ਡੀਐਸਪੀ ਨੇ ਕਰਿਆ, ਉਹ ਜਦੋਂ ਤਿਆਰ ਕਰਕੇ ਕਲੰਦਰਾ ਇੱਕ ਵਾਰ ਕੋਰਟ 'ਚ ਪੇਸ਼ ਹੋ ਜਾਂਦਾ, ਮੈਂ ਦਾਅਵੇ ਨਾਲ ਕਹਿਣਾ ਸੁਪਰੀਮ ਕੋਰਟ ਤੱਕ ਕੋਈ ਵੀ ਉਹਨੂੰ ਐਕੁਇਟਲ ਦੇ, ਕੋਈ ਵੀ ਬਰੀ ਦੇ ਚਾਂਸ ਨਹੀਂ ਰਹਿੰਦੇ ਜੀ। ਤੇਗਵੀਰ ਜੀ, ਜਿਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਨਸ਼ੇ ਨੂੰ ਰੋਕਣ ਦੇ ਵਾਸਤੇ, ਜਿਵੇਂ ਹੁਣ ਸਿੰਥੈਟਿਕ ਨਸ਼ਾ ਉਹ ਵੱਡੇ ਪੱਧਰ ਤੇ ਚੱਲ ਰਿਹਾ, ਜੇਕਰ ਇਹਨਾਂ ਨੂੰ ਰੋਕਣ ਦੇ ਵਾਸਤੇ ਰਵਾਇਤੀ ਨਸ਼ੇ ਜਿਹੜੇ ਪਹਿਲਾਂ ਚੱਲਦੇ ਸੀ, ਜਿਵੇਂ ਕਿ ਅਫੀਮ, ਭੁੱਕੀ ਆ ਗਈ, ਹਾਲਾਂਕਿ ਉਸ ਦੀ ਵੀ ਫੜਤ ਕੀਤੀ ਜਾਂਦੀ ਹੈ, ਉਸ 'ਤੇ ਵੀ ਸਜ਼ਾਵਾਂ ਹੁੰਦੀਆਂ ਨੇ, ਪਰ ਜੇਕਰ ਅਸੀਂ ਸਿੰਥੈਟਿਕ ਨਸ਼ੇ ਨੂੰ ਖਤਮ ਕਰਨਾ ਹੋਵੇ ਤਾਂ ਕੀ ਲੱਗਦਾ ਕਿ ਜਿਹੜੀਆਂ ਇਹ ਜੇ ਨਸ਼ੇ ਨੇ ਉਸ ਨੂੰ ਲਿਆ ਕੇ ਤਾਂ ਇਹ ਨਸ਼ਾ ਖਤਮ ਹੋ ਸਕਦਾ? ਦੇਖੋ, ਕਾਫੀ ਇਹਦੇ ਵਿੱਚ ਪਿੱਛੇ ਇਨਪੁਟਸ ਆਈਆਂ ਨੇ, ਜਿਵੇਂ ਕਿ ਐਕਸ ਐਮਪੀ ਸੀਗੇ ਜਿਹੜੇ ਆਮ ਆਦਮੀ ਪਾਰਟੀ ਦੇ, ਡਾਕਟਰ ਧਰਮਵੀਰ ਗਾਂਧੀ ਜੀ, ਉਹਨਾਂ ਨੇ ਸਵਾਲ ਪਾਰਲੀਮੈਂਟ ਦੇ ਵਿੱਚ ਚੱਕਿਆ ਸੀ। ਪੰਜਾਬ 'ਚ ਵੀ ਉਹ ਆਮ ਲੋਕਾਂ ਦੀ ਰੈਲੀਆਂ ਦੇ ਵਿੱਚ, ਪਬਲਿਕ ਪਲੇਟਫਾਰਮਸ ਤੇ ਚੱਕਦੇ ਸੀ, ਤੇ ਹੁਣ ਵੀ ਚੱਕ ਰਹੇ ਨੇ ਸਵਾਲ ਕਿ ਸਿੰਥੈਟਿਕ ਦੀ ਰਿਪਲੇਸਮੈਂਟ ਕਰਕੇ ਆਪਾਂ ਜੇ ਫੀਮ ਦੀ ਖੇਤੀ ਕਰੀਏ ਜਾਂ ਉਹਨੂੰ ਲੀਗਲ ਕਰੀਏ, ਦੈਟ ਇਜ਼ ਬੈਨੀਫੀਸ਼ੀਅਲ ਫॉर ਦੀ ਪੀਪਲ ਜਿਹੜੇ ਉਹਨੂੰ ਕੰਜ਼ਿਊਮ ਕਰਦੇ ਨੇ। ਹਰ ਬੰਦੇ ਲਈ ਨਹੀਂ ਕਿ ਹਰ ਬੰਦਾ ਹੀ ਫੀਮ ਖਾਣ ਲੱਗ ਜੇ, ਉਹ ਡੇਂਜਰਸ ਹੈ। ਉਹਨੂੰ ਸਿੰਥੈਟਿਕ ਜੋ ਕੱਢ ਕੇ ਜੇ ਫੀਮ ਦੀ ਉਪਜੀ ਉਤੇ ਲੱਗੇ ਤਾਂ ਉਹ ਬੈਟਰ ਹੈ, ਕਿਉਂਕਿ ਫੀਮ ਨਾਲ ਬੰਦਾ ਉਹ ਇਹ ਆ ਵੀ ਉਹਦੇ 'ਚ ਡੈਥ ਨਹੀਂ ਹੁੰਦੀ, ਸਿੰਥੈਟਿਕ 'ਚ ਡੈਥ ਬਹੁਤ ਹੁੰਦੀ ਹੈ। ਹੁਣ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ ਮੈਂ ਕੈਨੇਡਾ ਦੀ। ਕੈਨੇਡਾ 'ਚ ਪਿਛਲੇ 20 ਸਾਲ ਤੋਂ ਸਰਵੇ ਤੇ ਸਟੱਡੀ ਕਰਵਾਈ ਪ੍ਰੋਪਰ ਡਾਕਟਰਸ ਤੋਂ ਕਿ ਮੈਰੀਜੁਆਨਾ ਲੀਗਲ ਕਰਿਆ ਜਾਵੇ। ਮੈਰੀਜੁਆਨਾ ਉਹ ਪਾਰਲੀਮੈਂਟ ਨੇ 20 ਸਾਲ ਬਾਅਦ ਲੀਗਲ ਕਰਿਆ। ਉਹ ਕਹਿੰਦੇ ਇਹਦੇ ਨਾਲ ਡੈਥ ਨਹੀਂ ਹੁੰਦੀ, ਪਰ ਇਹ ਜਿਹੜੀ ਉਹ ਮਤਲਬ ਕਿ ਲੋਕਾਂ ਲਈ ਠੀਕ ਹੈ, ਸਿੰਥੈਟਿਕ ਨਸ਼ੇ ਤੋਂ ਬਚਣਗੇ। ਸੇਮ ਇੱਥੇ ਗੱਲ ਹੈ, ਰਿਪਲੇਸਮੈਂਟ ਜੇ ਡਾਕਟਰਸ ਦੀ ਟੀਮ ਸੁਝਾਅ ਤੱਕ ਦੇਖੋ, ਸਿਆਣੇ ਉਹ ਨੇ, ਡਾਕਟਰਸ ਕੈਨ ਸੁਜੈਸਟ ਮੋਰ, ਪਰ ਪੋਲੀਟੀਸ਼ੀਅਨ ਆਮ ਪਬਲਿਕ ਦੀ ਆਵਾਜ਼ ਇਹ ਹੈ ਕਿ ਇਹਨਾਂ ਦੀ ਜਿਹੜੀ ਖੇਤੀ ਹੈ ਉਹ ਲਿਆਉਣੀ ਚਾਹੀਦੀ ਹੈ ਤਾਂ ਕਿ ਸਿੰਥੈਟਿਕ ਨਸ਼ੇ ਦੀ ਰੋਕਥਾਮ ਹੋਵੇ ਤੇ ਜਨਰੇਸ਼ਨ ਨੂੰ ਇਹ ਦਲਦਲ ਚੋਂ ਨਿਕਲ ਕੇ ਇੱਕ ਰਿਪਲੇਸਮੈਂਟ ਮਿਲੇ, ਉਹਨਾਂ ਨੂੰ ਉਹ ਫੀਮ ਜਿਹੜੇ ਲੱਗ ਜਾਣਗੇ ਉਹਨਾਂ ਤੋਂ ਵੀ ਬਾਹਰ ਕੱਢਣ। ਰੋਕਥਾਮ ਦੀ ਗੱਲ ਤੁਸੀਂ ਕੀਤੀ ਹੈ, ਪਰ ਇਸ ਦੇ ਵਿੱਚ ਦੇਖਿਆ ਜਾਂਦਾ ਕਿ ਬੇਸ਼ੱਕ ਸਰਕਾਰਾਂ ਦੇ ਵੱਲੋਂ ਰੋਕਥਾਮ ਵਾਸਤੇ ਜਿਵੇਂ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਦੇ ਵਿੱਚ ਭੇਜਿਆ ਜਾਂਦਾ, ਪਰ ਦੇਖਿਆ ਜਾਂਦਾ ਕਿ ਇੱਕ ਨਸ਼ੇ ਤੋਂ ਉਹ ਛੁੱਟ ਜ਼ਰੂਰ ਜਾਂਦੇ ਨੇ, ਪਰ ਜਿਹੜੀ ਇੱਕ ਗੋਲੀ ਦੀ ਰੂਪ ਦੇ ਵਿੱਚ ਉਹਨਾਂ ਨੂੰ ਨਸ਼ਾ ਦਿੱਤਾ ਜਾਂਦਾ, ਫਿਰ ਉਹ ਦੂਸਰੇ ਨਸ਼ੇ ਤੇ ਲੱਗ ਜਾਂਦੇ ਨੇ। ਪਰ ਇਸ ਤਰੀਕੇ ਦੇ ਨਾਲ ਤਾਂ ਨਸ਼ੇ ਤੋਂ ਜਿਹੜੇ ਨੌਜਵਾਨਾਂ ਨੂੰ ਅਸੀਂ ਬਚਾਉਣ ਦੀ ਗੱਲ ਕਰ ਰਹੇ ਹਾਂ, ਉਹ ਕਿਸੇ ਵੀ ਤਰੀਕੇ ਨਾਲ ਨਹੀਂ ਬਚ ਸਕਦੇ। ਗੱਲ ਬਿਲਕੁਲ ਠੀਕ ਹੈ ਤੁਹਾਡੀ। ਇਹਨੂੰ ਕਹਿੰਦੇ ਨੇ ਡੀ ਐਡਿਕਸ਼ਨ ਸੈਂਟਰ। ਐਡਿਕਸ਼ਨ ਜਿਹੜੀ ਹੋ ਜਾਂਦੀ ਹੈ ਚੀਜ਼ ਦੀ, ਕਿਸੇ ਨਸ਼ੀਲੇ ਪਦਾਰਥ ਦੀ, ਉਹਦੇ ਲਈ ਡੀ ਐਡਿਕਸ਼ਨ ਸੈਂਟਰ ਬਣਾਏ ਨੇ ਸਰਕਾਰਾਂ ਨੇ ਪਿਛਲੇ 10-15 ਸਾਲ ਦੇ ਵਿੱਚ। ਇਹ ਐਗਜ਼ਿਸਟ ਕਰ ਰਹੇ ਆ, ਇਹਨਾਂ ਨੂੰ ਇਹ ਹੋਂਦ 'ਚ ਆਏ ਨੇ। ਉਹਦੇ ਵਿੱਚ ਮੈਂ ਦੇਖਿਆ ਕਈ ਵਾਰ ਨਸ਼ੇ ਦੀ ਰਿਪਲੇਸਮੈਂਟ ਲਈ, ਭੁੱਕੀ ਫੀਮ ਦੀ ਰਿਪਲੇਸਮੈਂਟ ਲਈ ਉਹਨਾਂ ਨੂੰ ਨਸ਼ੀਲੀ ਗੋਲੀਆਂ ਤੇ ਲਾਇਆ ਜਾਂਦਾ। ਉਹ ਵੀ ਮਾੜੀ ਗੱਲ ਹੈ, ਬਿਲਕੁਲ ਜੀ। ਉਹ ਫਿਰ ਜਦੋਂ ਗੋਲੀ ਦੀ ਖੁਰਾਕ ਘਟਦੀ ਹੈ, ਉਹਨਾਂ ਨੂੰ ਤੋੜ ਲੱਗਦੀ ਹੈ, ਉਹ ਫਿਰ ਬਾਹਰ ਨੂੰ ਭੱਜਦੇ ਨੇ, ਉਹਨਾਂ ਲਈ ਫਿਰ ਸੰਗਲ ਬੰਨ੍ਹਦੇ ਨੇ। ਸੰਗਲ ਬੰਨੇ ਹੋਏ ਵੀ ਮੈਂ ਦੇਖੇ ਨੇ ਕਈ ਡੀ ਐਡਿਕਸ਼ਨ ਸੈਂਟਰ ਦੇ ਵਿੱਚ। ਉਹ ਵੀ ਪ੍ਰੋਬਲਮ ਆ ਰਹੀ ਹੈ। ਉਹਨਾਂ ਲਈ ਕੋਈ ਥੈਰੇਪੀ ਤਿਆਰ ਕਰੀ ਜਾਵੇ, ਕੋਈ ਸਾਈਕੈਟ੍ਰਿਕ ਉਹਨਾਂ ਨੂੰ ਕਰਿਆ ਜਾਵੇ, ਉਹਨਾਂ ਨੂੰ ਮੰਥਲੀ ਪ੍ਰੋਗਰਾਮ ਦੇ ਵਿੱਚ 2 ਘੰਟੇ ਦੇ ਕੋਈ 3 ਘੰਟੇ ਦਾ ਲੈਕਚਰ ਲਾਇਆ ਜਾਵੇ, ਕੋਈ ਵੀਕਲੀ ਪ੍ਰੋਗਰਾਮ ਉਹਨਾਂ ਨੂੰ ਮੋਰਲੀ, ਕੋਈ ਗੇਮ ਲਈ, ਬਟ ਉਹ ਰਿਪਲੇਸਮੈਂਟ ਲਈ ਹੀ ਬਣ ਗਏ। ਉਹ ਇੱਕ ਦੁਕਾਨਾਂ ਹੀ ਹੋ ਗਈਆਂ ਪਿੱਛੇ ਨਿਖਰੀਆਂ ਹੋਈਆਂ, ਉਹਦੇ ਵਿੱਚ ਉਹ ਵਰਕਆਊਟ ਨਹੀਂ ਹੋ ਰਿਹਾ ਜਿੰਨਾ ਕਿ ਨਸ਼ੇ ਦੇ ਦਲਦਲ ਚੋਂ ਲੋਕਾਂ ਨੂੰ ਕੱਢਣਾ ਚਾਹੀਦਾ ਜੀ। ਜਾਂਦੇ ਜਾਂਦੇ ਆਖਰੀ ਸਵਾਲ ਪੁੱਛਣਾ ਚਾਹਾਂਗੇ, ਜਿਸ ਤਰੀਕੇ ਦੇ ਨਾਲ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ, ਇਸ ਦੇ ਪਿੱਛੇ ਕੀ ਵੱਡਾ ਕਾਰਨ ਮੰਨਿਆ ਜਾ ਰਿਹਾ ਕਿ ਸਾਡੀ ਨੌਜਵਾਨੀ ਜਿਹੜੀ ਪੜ੍ਹੀ ਲਿਖੀ ਨੌਜਵਾਨੀ, ਇਕੱਲੇ ਮੁੰਡਿਆਂ ਦੀ ਗੱਲ ਨਾ ਕੀਤੀ ਜਾਵੇ ਤਾਂ ਦੇਖਿਆ ਜਾਂਦਾ ਕੁੜੀਆਂ ਵੀ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ, ਉਹਨਾਂ ਦੇ ਵੱਲੋਂ ਵੀ ਸਿੰਥੈਟਿਕ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ ਵੱਡੀਆਂ ਪੜ੍ਹਾਈਆਂ ਹਾਸਲ ਕੀਤੀਆਂ ਹੁੰਦੇ ਨੇ, ਵਧੀਆ ਪੜ੍ਹੇ ਲਿਖੇ ਹੁੰਦੇ ਨੇ, ਚੰਗੇ ਘਰਾਂ ਦੇ ਬੱਚੇ ਹੁੰਦੇ ਨੇ, ਇਸ ਦੇ ਬਾਵਜੂਦ ਵੀ ਉਹ ਕਿਉਂ ਜਿਹੜੇ ਕਿ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੇ ਨੇ?
देखो जी, बड़ा ही लास्ट बट नॉट दी लीस्ट बड़ा अहम सवाल है ये। ਤੁਹਾਡੀ ਗੱਲ ठीक है, ये पर्टिकुलर जेंडर की प्रॉब्लम नहीं हैगी, ये प्रॉब्लम बॉयज़ गर्ल्स मैन वूमैन सारिਆਂ 'ਚ आ रही है। बिल्कुल ਇਹਦੇ ਵਿੱਚ प्रॉब्लम पढ़ लिख के एक्सपैक्टेशन जॉब्स ਦੀਆਂ ज़्यादा ने। जॉब निकली है 50 बंदियां दी, अपलाई करिया 2 ਲੱਖ ਬੰਦੇ ने, ਉਹ फिर नहीं होया, ਉਹਨਾਂ ਦੀ ਜਿਹੜਾ ਏਮ ਸੀ ਗੋਲ ਨਹੀਂ ਪੂਰਾ ਹੋ ਸਕਿਆ, ਉਹਨੂੰ ਸਟ੍ਰੈਸ ਲੈਵਲ ਵੱਧ ਜਾਂਦਾ ਹੈ। ਉਹਨੂੰ ਰਿਲੀਫ ਕਰਨ ਲਈ, ਸਟ੍ਰੈਸ ਲੈਵਲ ਲੋ ਕਰਨ ਲਈ ਕੋਈ ਇਹੋ ਜਿਹੀ ਚੁੰਡਲ ਚ ਆ ਜਾਂਦੇ ਆ, ਉਹ ਨਸ਼ਾ ਕਰਨ ਲੱਗ ਜਾਂਦੇ ਆ। ਫਿਰ ਆਪਾਂ ਦੇਖੀਏ ਜਿਹੜੀ ਬੱਚਿਆਂ ਨੂੰ ਬਾਹਰ ਭੇਜ ਰਹੇ ਆ, ਉਹਨਾਂ ਦੇ ਵੱਡੇ ਵੱਡੇ ਲੋਨ ਲੈ ਕੇ ਮਾਪਿਓ ਭੇਜ ਰਹੇ ਨੇ, ਠੀਕ ਹੈ। ਉਹ ਬੱਚੇ ਨੇ ਜਿਹੜੇ ਉਰੇ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਬਾਹਰ ਭੇਜ ਰਹੇ ਨੇ। ਬਟ ਉਹ ਕਿਉਂ ਭੇਜ ਰਹੇ ਨੇ? ਕਿਉਂਕਿ ਉਹ ਜਿਹੜੀ ਆਮ ਆਲੇ ਦੁਆਲੇ ਲੋਕ ਹੈ ਉਹਨਾਂ ਦੀ ਚੁੰਡਲ 'ਚ ਫਸ ਚੁੱਕੇ ਨੇ। ਉਹ ਇੱਕ ਘਰ ਦਾ ਜਾ ਰਿਹਾ, ਦੂਸਰਾ ਵੀ ਪ੍ਰੋਬਲਮ ਕ੍ਰੀਏਟ ਕਰ ਰਿਹਾ। ਜੇ ਉਹਨੂੰ ਘਰ ਦੇ ਨਹੀਂ ਜਾਣਦੇ ਰਹੇ, ਉਹ ਨਸ਼ੇ 'ਚ ਜਾ ਰਿਹਾ ਜੀ। ਸੋ ਸਿੰਥੈਟਿਕ ਨਸ਼ੇ ਕਰ ਰਿਹਾ। ਉਹ ਚੀਜ਼ਾਂ अपनी एक्सपैक्टेशन दे नाल जॉब ना मिलनियाँ, स्ट्रैस लैवल हो जा ज़्यादा, तुसी करजाई हो के काम करना, जां तुहाडा जिहड़ा कॉलेज यूनीवर्सिटियां दा पीयर ग्रुप है ਉਹਦੇ ਵਿੱਚ एंटर कर जाना। कोई ਇਹੋ ਜਿਹਾ ग्रुप ਤੁਹਾਨੂੰ टक्कर गया ਜਿਹੜਾ ਤੁਹਾਨੂੰ ਪਹਿਲਾਂ ਤਾਂ ਨਸ਼ੇ फ्री ਤੁਹਾਨੂੰ ਪਿਲਾਊਗਾ, ਫਿਰ ਤੁਹਾਨੂੰ ਆਦੀ ਕਰੂਗਾ, ਫਿਰ ਉਹ ਤੁਹਾਨੂੰ ਦੇਖਦਾ ਸੋਰਸ ਬਣਾਉਂਦਾ ਵੀ ਇਹ ਮੇਰੀ ਸੋਰਸ ਬਣ ਸਕਦਾ ਹੈ ਮਾਰਕੀਟ ਦੇ ਵਿੱਚ ਮੇਰੇ ਲਈ ਨਸ਼ਾ ਵੇਚਣ ਦੀ। ਬਿਲਕੁਲ। ਤਾਂ ਉਹ ਏਜ ਇਹੋ ਜਿਹੀ ਹੁੰਦੀ ਹੈ, ਪਤਾ ਨਹੀਂ ਲੱਗਦਾ। ਸੋ ਇਹਦੇ ਵਿੱਚ ਕਾਫੀ ਇਕਨੋਮਿਕਲੀ ਫਿਜ਼ੀਓ, ਇਹਦੇ 'ਚ ਕਾਫੀ ਇਨਵਾਇਰਮੈਂਟਲ ਹੋਰ ਕਾਫੀ ਕਰਕੇ ਨਸ਼ੇ ਦੇ ਵਿੱਚ ਫਸ ਰਹੇ ਨੇ ਜੀ। ਤੇਗਵੀਰ ਜੀ, ਤੁਸੀਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਾਡੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਇਹ ਸਨ ਸੀਨੀਅਰ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਤੇਗਵੀਰ ਸਿੰਘ ਢਿੱਲੋਂ, ਜਿਨ੍ਹਾਂ ਨੇ ਕਿ ਨਸ਼ਿਆਂ ਦੇ ਪਦਾਰਥਾਂ ਨੂੰ ਲੈ ਕੇ ਆਪਣੀ ਰਾਏ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਕੇਸ ਨੇ ਜਿਹੜੇ ਕਿ ਉਹ ਅਦਾਲਤਾਂ ਦੇ ਵਿੱਚ ਚੱਲਦੇ ਨੇ ਤੇ ਕਿਹੜੇ ਜਿਹੜੇ ਲੋਕ ਨੇ ਉਹ ਬਰੀ ਹੋ ਸਕਦੇ ਨੇ, ਬਾਰ-ਬਾਰ ਜਿਨ੍ਹਾਂ ਦੇ ਉੱਤੇ ਕੇਸ ਦਰਜ ਹੁੰਦਾ ਉਹਨਾਂ ਦੇ ਵਾਸਤੇ ਕਿਵੇਂ ਦੀਆਂ ਸਜ਼ਾਵਾਂ ਹੁੰਦੀਆਂ ਨੇ। ਸੋ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।